ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਅਕਾਲੀ ਦਲ ਦਾ ਹੱਲਾ ਬੋਲ ਲਗਾਤਾਰ ਜਾਰੀ ਹੈ। ਸਿੱਧਾ ਰੁਖ ਕਰਦੇ ਹਾਂ ਅਨੰਦਪੁਰ ਸਾਹਿਬ ਤੋਂ ਰੋਹਿਤ ਬੰਸਲ ਮੇਰੇ ਸਹਿਯੋਗੀ ਜੁੜੇ ਹੋਏ ਨੇ। ਤਾਂ ਰੋਹਿਤ, ਫਿਲਹਾਲ ਕੀ ਕੁਝ ਅਪਡੇਟ? सिमरत कौर बादल उत्थे मत्था टेक के रवाना हो चुके हैं और इस वक्त दलजीत चीमा जी नाल ने चीमा जी नाल गल करांगे। इन्हां तिन्नां ही कानूनां दे खिलाफ किसानी दे विच बहुत वड्डा रोस है, बहुत वड्डी बेचैनी है जी, बड़ा वड्डा संघर्ष हो रहा। इस करके तिन्ने ही कानून जिहड़े आ इह वापस ले जी। जेकर गल करिए जिहड़ा जम्मू कश्मीर दे विच पंजाबी मां बोली दे नाल बहुत वड्डी बेइंसाफी होई है, वो भी साडी मंग है कि पंजाबी नूं जम्मू कश्मीर का जिहड़ा भाषा बिल है उहदे विच सरकारी भाषा के तौर पर शामिल किया जाए। सो ये दोनों मंगां लैके अज काफले जिहड़े आ वो चले। चीमा साहब, कानून बन चुके, की लगता है कि हुणे कानून किसी तरीके वापस हो सकते हैं? क्योंकि तुसीं सरकार च भी रहे हो और तुसीं कानूनी माहर भी रहे हो, तो तुहानूं की लगता है कि ये कानून वापस हो सकते हैं किसी तरीके? देखो जी, देश का संविधान तकरीबन 95-100 वारी अमेंड हो सकता, तो फिर ये एक्ट क्यों नहीं अमेंड हो सकता? एक्ट बनते आ, एक्टां दे विच कमियां हुंदियां, उहदे ते विचार वटांदरा हुंदा, फिर अमेंडमेंटां आउंदियां, एक्ट सोधे जांदे आ, एक्ट बनते आ, जनता दे विच रोस हुंदा, प्रवान नहीं हुंदे, वापस ले जांदे आ। एक कंटीन्यूअस डेमोक्रेटिक प्रोसैस है, क्योंकि तानाशाही नहीं है, इत्थे लोक राय चलदी है। जे लोगों ने प्रवान नहीं किए, जिस वर्ग के उत्ते ये लाए सी उन्होंने प्रवान नहीं किए, तो कुदरती गल वापस हो सकती। बीजेपी नाल गल हुई, वो कह रहे कि अकाली दल पंजाब च माहौल खराब करने की कोशिश कर रहे हैं। देखो, गल ये है कि ये जिहड़े तिन्ने ऑर्डीनेंस लियांदे सी, किन्ने लियांदे और तिन्ने ही जिहड़े धक्के दे नाल कानून बनाते, किन्ने बनाते? अकाली दल ने बनाते। अकाली दल तो कहंदा सी भी माहौल खराब होऊगा, इनू रोको। फिर जिम्मेवारी भारतीय जनता पार्टी नूं अपने सिर लैनी चाहिए, क्योंकि जदों तुसीं लोकां दी नबज नूं नहीं समझ रहे। किन्नी बारी असीं जाके समझाया कि जिहड़ा तुहाडा व्यू पॉइंट है असीं किसान जथेबंदियां दे अगे रखिया, उन्होंने रद्द कर दित्ता। उन्हां दे मन दे विच बहुत वड्डे तौखले आ कि इहदे नाल भविख दे विच मंडीकरण सिस्टम खत्म हो जाएगा, MSP भविख दे विच बंद हो जाएगी। भी ये चीज़ां, ये डर किसानी दे मन दे विच नहीं रहना चाहिए। तुसीं पहलां उहदे नाल गलबात करो, इन्हां बिल्लां नूं हाले पोस्टपोन करो। ਜਦੋਂ ਸਾਰਿਆਂ ਨਾਲ ਤਸੱਲੀ ਦੇ ਵਿੱਚ ਗੱਲਬਾਤ ਹੋ ਜਾਏ, ਤਰਮੀਮਾਂ ਹੋ ਜਾਣ ਇਹਨਾਂ ਦੇ ਵਿੱਚ, ਤਾਂ ਫਿਰ ਕਰ ਲਓ। ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਵੱਧਦਾ ਜਾ ਰਿਹਾ। ਕਿਸਾਨ ਜੋ ਸੜਕਾਂ ਤੇ ਆ, ਟਰੈਕਾਂ ਉੱਤੇ ਆ, ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ, ਜਦਕਿ ਕਿਸਾਨੀ ਪੰਜਾਬ ਤੋਂ ਇਲਾਵਾ ਵੱਖ-ਵੱਖ ਹੋਰ ਸੂਬਿਆਂ 'ਚ ਹੋ ਰਹੀ ਹੈ। ਅਕਾਲੀ ਦਲ ਲੀਡ ਕਰ ਰਿਹਾ, ਬਾਕੀ ਸੂਬਿਆਂ ਦੇ ਵਿੱਚ ਵੀ ਸੰਪਰਕ ਕਰ ਰਿਹਾ ਔਰ ਦਿੱਲੀ ਕੂਚ ਕਰਨ ਦਾ ਕੀ ਅਗਲਾ ਪ੍ਰੋਗਰਾਮ ਹੈ? ਦੇਖੋ, ਜਿਹੜਾ ਇਤਿਹਾਸਕ ਸਟੈਂਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਲਿਆ और ਜਿਹੜਾ ਬੀਬਾ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਹੋਇਆ, ਇਹਨੇ ਦੇਸ਼ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਨੂੰ ਜਗਾ ਕੇ ਵੀ ਰੱਖ ਦਿੱਤਾ ਔਰ ਪ੍ਰਭਾਵਿਤ ਵੀ ਕੀਤਾ। ਆਲਮੋਸਟ ਸਾਰੀਆਂ ਦੇਸ਼ ਦੀਆਂ ਖੇਤਰੀ ਪਾਰਟੀਆਂ ਜਿਹੜੀਆਂ, ਉਹਨਾਂ ਨੇ ਇਹਦਾ ਸਵਾਗਤ ਕੀਤਾ ਕਿ ਅਕਾਲੀ ਦਲ ਦਾ ਇਹ ਫੈਸਲਾ ਵੱਡਾ ਫੈਸਲਾ। ਅਸੀਂ ਚਾਹੁੰਦੇ ਹਾਂ ਕਿ ਜਦੋਂ ਉਹ ਇਸ ਗੱਲ ਤੋਂ ਪ੍ਰਭਾਵਿਤ ਨੇ ਤੇ ਉਹਨਾਂ ਨੂੰ ਨਾਲ ਇਕੱਠੇ ਕਰਕੇ ਨੈਸ਼ਨਲ ਪਲੇਟਫਾਰਮ ਦੇ ਉੱਤੇ ਇੱਕ ਸ਼ਕਤੀ ਬਣਾਈ ਜਾਵੇ, ਜਿਹੜੀ ਆਉਣ ਵਾਲੇ ਸੈਸ਼ਨ ਦੇ ਵਿੱਚ ਉਹਦਾ ਅਸਰ ਨਜ਼ਰ ਆਵੇ ਤੇ ਅਸੀਂ ਇਹ ਜਿਹੜੀਆਂ ਚੀਜ਼ਾਂ ਤਰਮੀਮਾਂ ਜਾਂ ਇਹਨਾਂ ਦੀ ਵਾਪਸੀ ਹੈ ਐਕਟਾਂ ਦੀ, ਇਹ ਹੋ ਸਕੇ। ਇਸ ਕਰਕੇ ਉਸ ਪਾਸੇ ਸਾਡੀ ਕੋਸ਼ਿਸ਼ ਹੈ। ਅਸੀਂ ਇਸ ਐਜੀਟੇਸ਼ਨ ਤੋਂ ਬਾਅਦ ਵਿਹਲੇ ਹੋ ਕੇ ਉਸ ਪਾਸੇ ਵੀ એનર્ਜੀ ਜਿਹੜੀ ਆ ਉਹ ਲਾ ਰਹੇ ਹਾਂ। ਆਲਰੇਡੀ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਹਾਂ। ਇਹ ਬਹੁਤ ਜ਼ਰੂਰਤ ਹੈ ਸਮੇਂ ਦੀ, ਕਿਉਂਕਿ ਵੱਡੀਆਂ ਪਾਰਟੀਆਂ ਇਹ ਸੋਚਣ ਲੱਗ ਗਈਆਂ ਕਿ ਬਾਕੀਆਂ ਦੇ ਵਿਚਾਰ ਨਾਲ ਲੈ ਕੇ ਚੱਲਣ ਦੀ ਲੋੜ ਨਹੀਂ ਹੈ। ਜੋ ਅਸੀਂ ਫੈਸਲਾ ਕਰਦੀ ਹੈ ਫਾਈਨਲ ਹੈ, ਲੇਕਿਨ ਦੇਸ਼ ਦੇ ਵਿੱਚ ਬੜਾ ਵੱਡਾ ਰੋਲ ਰੀਜਨਲ ਪਾਰਟੀਆਂ ਦਾ। ਇਸ ਕਰਕੇ ਖੇਤਰੀ ਪਾਰਟੀਆਂ ਦੀ ਗੱਲ ਸੁਣੀ ਜਾਵੇ, ਉਹ ਅਸਲੀਅਤ ਦੇ ਜ਼ਿਆਦਾ ਨੇੜੇ ਹੁੰਦੀਆਂ। ਇਸ ਕਰਕੇ ਅਸੀਂ ਉਸ ਫੋਰਮ ਨੂੰ ਤਗੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਵਾਲ 31 ਕਿਸਾਨ ਜਥੇਬੰਦੀਆਂ ਤੇ ਮੇਨ ਸਿਆਸੀ ਪਾਰਟੀਆਂ ਇਸ ਬਿੱਲ ਦੇ ਵਿਰੋਧ ਵਿੱਚ ਨਜ਼ਰ ਆ ਰਹੀਆਂ, ਧਰਨੇ ਪ੍ਰਦਰਸ਼ਨਾਂ 'ਚ ਨਜ਼ਰ ਆ ਰਹੀਆਂ। ਇੱਥੋਂ ਤੱਕ ਕਿ ਪੰਜਾਬ ਦੇ ਗਾਇਕ ਵੀ ਪਹਿਲੀ ਵਾਰ ਖੁੱਲ੍ਹ ਕੇ ਕਿਸੇ ਅੰਦੋਲਨ ਦੇ ਵਿੱਚ ਖੁੱਲ੍ਹ ਕੇ ਆ ਰਹੇ ਨੇ। ਕਿਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਅੰਦੋਲਨ ਦਾ ਕਾਰ ਵੱਡਾ ਕਰਨ ਦੇ ਇੱਕ ਪਲੇਟਫਾਰਮ ਤੇ ਵੀ ਇਕੱਠੇ ਹੋ ਸਕਦੇ ਜਾਂ ਕੀ ਅਗਲੀ ਰਣਨੀਤੀ? ਦੇਖੋ, ਸੋਚ ਤਾਂ ਸਾਰਿਆਂ ਦੀ ਕਿਸਾਨੀ ਦੇ ਭਲੇ ਵਾਸਤੇ ਹੈ ਜੀ। ਇਸ ਕਰਕੇ ਜੇ ਇਕੱਠੇ ਹੋ ਕੇ ਚੱਲਿਆ ਜਾਵੇ ਉਨੀ ਜ਼ਿਆਦਾ ਸ਼ਕਤੀ ਵੱਧਦੀ ਹੈ, ਪਰ ਘੱਟੋ ਘੱਟ ਇੱਕ ਦੂਸਰੇ ਦਾ ਵਿਰੋਧ ਨਾ ਕੀਤਾ ਜਾਵੇ। ਜੇ ਕੋਈ ਇਕੱਠੇ ਵੀ ਨਹੀਂ ਚੱਲ ਸਕਦਾ, ਜੇ ਕੋਈ ਅਲੱਗ ਵੀ ਚੱਲਣਾ ਚਾਹਵੇ ਤੇ ਉਸੇ ਡਾਇਰੈਕਸ਼ਨ 'ਚ ਚੱਲੇ ਕਿ ਕਿਸਾਨੀ ਦਾ ਭਲਾ ਹੋ। ਜੀ, ਸਾਡੀ ਸਾਡੀ ਕੋਸ਼ਿਸ਼ ਇਹ ਹੈ। ਜੇ ਕੋਈ ਇਕੱਠੇ ਚੱਲੇ ਜਾਵੇ ਉਹਦੇ ਨਾਲ ਦੀ ਰੀਸ ਕੋਈ ਨਹੀਂ। ਇਕੱਠ ਦੇ ਵਿੱਚ ਬਰਕਤ ਹੁੰਦੀ ਹੈ, ਲੇਕਿਨ ਚਲੋ ਕਈ ਮਜਬੂਰੀਆਂ ਹੁੰਦੀਆਂ, ਕਈ ਵਾਰੀ ਵਿਚਾਰਧਾਰਾ ਨਹੀਂ ਬਣਦੀ ਕਿਸੇ ਜਥੇਬੰਦੀ ਦੀ,
ਪਰ ਉਹ ਹੈ ਕਿ ਉਹ ਨਾਲ ਜਿਹੜੀ ਇੱਕ ਹੋਰ ਜਿਹੜੀ ਹੈ ਜਥੇਬੰਦੀ ਉਸੇ ਕੰਮ ਵਾਸਤੇ ਲੱਗੀ ਹੋਈ ਹੈ, ਉਹਨੂੰ ਕੱਟੇ ਨਾ, ਉਸੇ ਡਾਇਰੈਕਸ਼ਨ 'ਚ ਉਹ ਵੀ ਹੋਰ ਅੱਗੇ ਵਧੇ। ਕੋਈ ਗੱਲ ਸਰ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਜੋ ਇਹ ਤੁਸੀਂ ਮਾਰਚ ਕੱਢ ਰਹੇ ਹੋ, ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਮਾਰਚ ਨੇ ਉਹ ਤਖਤਾਂ ਵੱਲ ਨੂੰ ਕੱਢੇ ਜਾਂਦੇ ਨੇ, ਤਖਤਾਂ ਤੋਂ ਚੰਡੀਗੜ੍ਹ ਵੱਲ ਨੂੰ ਨਹੀਂ ਕੱਢੇ ਜਾਂਦੇ। ਦੇਖੋ ਗੱਲ ਇਹ ਹੈ ਕਿ ਜਿਹੜੇ ਤਖਤ ਨੇ ਇਹਨਾਂ ਦਾ ਇੱਕ ਬਹੁਤ ਵੱਡਾ ਸ਼ਾਨਾਮਤੀ ਇਤਿਹਾਸ ਹੈ, ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਹੈ, ਚਾਹੇ ਜਿਹੜੇ ਤਖਤ ਤੇ ਆਪਾਂ ਸਾਰੇ ਇੱਥੇ ਖੜੇ ਹਾਂ, ਤਖਤ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਇਹ ਧਰਤੀਆਂ ਜਿਹੜੀਆਂ ਨੇ ਇਹ ਜ਼ਬਰ ਜ਼ੁਲਮ ਬੇਇਨਸਾਫੀ ਦੇ ਖਿਲਾਫ ਖੜਨ ਵਾਸਤੇ ਤੁਹਾਨੂੰ ਇੱਕ ਸ਼ਕਤੀ ਦਿੰਦੀ ਹੈ। ਇਹੀ ਅਨੰਦਪੁਰ ਸਾਹਿਬ ਦੀ ਉਹ ਇਤਿਹਾਸਕ ਧਰਤੀ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਆਜ਼ਾਦੀ ਵਾਸਤੇ ਬਲੀਦਾਨ ਦੇਣ ਦਾ ਵੱਡਾ ਫੈਸਲਾ ਕੀਤਾ। ਇਹੀ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਤ ਪਾਤ ਦਾ ਖਾਤਮਾ ਕਰਕੇ, ਛੂਆ-ਛਾਤ ਦਾ ਖਾਤਮਾ ਕਰਕੇ ਇੱਕ ਬਹੁਤ ਵੱਡਾ ਇਨਕਲਾਬ ਜਿਹੜਾ ਧਰਤੀ ਤੇ ਸੱਜਿਆ ਸੀ ਤੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ ਦਾ ਨਾਰਾ ਬੁਲੰਦ ਕੀਤਾ ਸੀ। ਇਸ ਕਰਕੇ ਜਦੋਂ ਤਖਤ ਤੇ ਆ ਕੇ ਨਮਸਕਾਰ ਹੋ ਕੇ ਕੋਈ ਚੀਜ਼ ਸ਼ੁਰੂ ਹੁੰਦੀ ਹੈ ਤੇ ਇਹ ਜਿਹੜੀ ਇਤਿਹਾਸਕ ਸ਼ਕਤੀ ਹੈ ਤੁਹਾਨੂੰ, ਇਹ ਤੁਹਾਡੇ ਨਾਲ ਚੱਲਦੀ ਹੈ, ਤੁਹਾਨੂੰ ਗਾਈਡ ਕਰਦੀ ਹੈ, ਤੁਹਾਡਾ ਮਾਰਗਦਰਸ਼ਨ ਕਰਦੀ ਹੈ। ਇਸ ਕਰਕੇ ਹਮੇਸ਼ਾ ਹੀ ਇਹਨਾਂ ਥਾਵਾਂ ਨੂੰ ਜਿਹੜੀ ਆ ਉਹ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਸਰ ਇਸ ਟਾਈਮ ਅਸੀਂ ਆਨੰਦਪੁਰ ਦੀ ਪਵਿੱਤਰ ਧਰਤੀ ਤੇ ਖੜੇ ਹਾਂ ਔਰ ਅਕਾਲੀ ਦਲ ਵੱਲੋਂ ਆਨੰਦਪੁਰ ਦਾ ਮਤਾ, ਜੇ ਮੈਂ ਕਹਾਂ ਕਿ ਰਾਜਾਂ ਨੂੰ ਜ਼ਿਆਦਾ ਅਧਿਕਾਰ ਦੇਣ ਦਾ ਮਤਾ ਬਹੁਤ ਚਰਚਾ 'ਚ ਰਹੇਗਾ, ਤੇ ਕੀ ਅਕਾਲੀ ਦਲ ਅੱਜ ਆਨੰਦਪੁਰ ਦੀ ਧਰਤੀ ਤੇ ਵਾਅਦਾ ਕਰਕੇ ਜਾਂਦਾ ਹੈ ਕਿ ਹੁਣ ਕੇਂਦਰ ਦੇ ਨਾਲ ਸਿੱਧਾ ਆੜਾ ਲੈਂਦੇ ਹੋਏ ਆਨੰਦਪੁਰ ਦੇ ਮਤੇ ਨੂੰ, ਜੋ ਉਹਦੇ ਵਿੱਚ ਲਿਖੇ ਸੀ ਕਿ ਰਾਜਾਂ ਨੂੰ ਅਸੀਂ ਵੱਧ ਅਧਿਕਾਰ ਦਿਵਾਉਣੇ ਆ, ਉਹਨਾਂ ਤੇ ਕੇਂਦਰ ਨਾਲ ਗੱਲ ਕੀਤੀ ਜਾਏਗੀ? ਦੇਖੋ ਅਕਾਲੀ ਦਲ ਨੇ ਇਸੇ ਧਰਤੀ ਦੇ ਉੱਤੇ 1973 ਦੇ ਵਿੱਚ ਆਨੰਦਪੁਰ ਸਾਹਿਬ ਦਾ ਮਤਾ ਅਡਾਪਟ ਕੀਤਾ ਸੀ ਔਰ ਉਹਦੀ ਪ੍ਰਾਪਤੀ ਵਾਸਤੇ ਬੜੇ ਵੱਡੇ ਸੰਘਰਸ਼ ਵੀ ਹੋਏ, ਪੋਲੀਟੀਕਲ ਮੂਵਮੈਂਟਸ ਵੀ ਚੱਲੀਆਂ ਔਰ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਆਪਣੇ ਉਹਨਾਂ ਸਿਧਾਂਤਾਂ ਦੇ ਉੱਤੇ ਕਾਇਮ ਹੈ। ਅਕਾਲੀ ਦਲ ਕਦੀ ਵੀ ਸੱਤਾ ਦੇ ਨਾਲ ਨਹੀਂ ਜੁੜਿਆ। ਆ ਮੌਜੂਦਾ ਜਿਹੜੀ ਕੈਬਨਿਟ ਦੀ ਵਜ਼ਾਰਤ ਛੱਡਣੀ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੇ ਵਾਸਤੇ ਪਹਿਲਾਂ ਕਿਸਾਨੀ ਹੈ, ਪਹਿਲਾਂ ਲੋਕ ਹੈ, ਉਹਨਾਂ ਦੇ ਹੱਕ ਹੈ, ਉਸ ਤੋਂ ਬਾਅਦ ਸਾਡੇ ਵਾਸਤੇ ਰੁਤਬੇ ਹੈ, ਫਿਰ ਉਸ ਤੋਂ ਬਾਅਦ ਸਾਡੇ ਵਾਸਤੇ ਸਰਕਾਰ ਹੈ। ਇਸ ਕਰਕੇ ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਅਕਾਲੀ ਦਲ ਦਾ 3 ਤਖਤ ਸਾਹਿਬਾਨਾਂ ਤੋਂ ਚੰਡੀਗੜ੍ਹ ਦੇ ਵੱਲ ਮਾਰਚ, ਅੰਮ੍ਰਿਤਸਰ ਤੋਂ ਮਾਝੇ ਦੀ ਧਰਤੀ ਤੋਂ ਇਹ ਮਾਰਚ ਸ਼ੁਰੂ ਹੋ ਕੇ ਜਲੰਧਰ ਵਾਲੇ ਪਾਸੇ ਜਾ ਰਿਹਾ ਹੈ, ਜਦਕਿ ਤਲਵੰਡੀ ਸਾਬੋ ਤੋਂ ਵੀ ਇਹ ਮਾਰਚ ਹੁਣ ਤੋਂ ਕੁਝ ਹੀ ਪਲਾਂ ਵਿੱਚ ਸ਼ੁਰੂ ਹੋਵੇਗਾ ਤੇ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਿਲਜੀਤ ਚੀਮਾ ਦੀ ਅਗਵਾਈ ਦੇ ਵਿੱਚ ਮਾਰਚ ਸ਼ੁਰੂ ਹੋਵੇਗਾ। ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਅਕਾਲੀ ਦਲ ਦਾ ਇਹ ਪ੍ਰਦਰਸ਼ਨ ਹੈ। ਅਕਾਲੀ ਦਲ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਦਿੱਤਾ ਜਾ ਰਿਹਾ ਹੈ, ਇਸ ਲਈ ਇਸ ਮਾਰਚ, ਇਸ ਸ਼ਕਤੀ ਪ੍ਰਦਰਸ਼ਨ ਨੂੰ ਨਾਮ ਵੀ ਇਹੀ ਦਿੱਤਾ ਗਿਆ ਹੈ, ਇੱਕੋ ਨਾਰਾ ਕਿਸਾਨ ਪਿਆਰਾ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਦਾ ਕਾਫਿਲਾ ਅੰਮ੍ਰਿਤਸਰ ਤੋਂ ਜਿਹੜਾ ਸ਼ੁਰੂ ਹੋਇਆ ਤੇ ਇਹ ਚੰਡੀਗੜ੍ਹ ਵੱਲ ਕੂਚ ਕਰ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਸਮਰਥਕ ਗੱਡੀਆਂ ਦਾ ਕਾਫਿਲਾ ਨਜ਼ਰ ਆ ਰਿਹਾ ਹੈ। ਤੇ ਉਹ ਦੂਸਰੀ ਤਸਵੀਰ ਹਰਸਿਮਰਤ ਕੌਰ ਬਾਦਲ ਦੀ ਹੈ। ਹੁਣ ਤੋਂ ਕੁਝ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਗਿਆ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਤੇ ਨਿਸ਼ਾਨੇ ਵੀ ਸਾਧੇ ਗਏ ਤੇ ਅੱਜ 3 ਤਖਤ ਸਾਹਿਬਾਨਾਂ ਤੋਂ ਇਹ ਮਾਰਚ ਸ਼ੁਰੂ ਹੋ ਕੇ ਚੰਡੀਗੜ੍ਹ ਪਹੁੰਚੇਗਾ ਤੇ ਉਸ ਤੋਂ ਬਾਅਦ ਗਵਰਨਰ ਹਾਊਸ ਜਾ ਕੇ ਮੰਗ ਪੱਤਰ ਅਕਾਲੀ ਦਲ ਦੇ ਇੱਕ ਵਫਦ ਵੱਲੋਂ ਸੌਂਪਿਆ ਜਾਵੇਗਾ। 2 ਪਾਸਿਆਂ ਤੋਂ ਚੰਡੀਗੜ੍ਹ ਨੂੰ ਘੇਰਾ ਪਾਇਆ ਜਾਵੇਗਾ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਹੋਏ ਨੇ ਲਗਾਤਾਰ। ਤਾਂ ਰਾਜੀਵ, ਫਿਲਹਾਲ ਕਿੱਥੇ ਪਹੁੰਚਿਆ ਹੈ ਅਕਾਲੀ ਦਲ ਦਾ ਇਹ ਕਾਫਿਲਾ ਅੰਮ੍ਰਿਤਸਰ ਤੋਂ ਜੋ ਸ਼ੁਰੂ ਹੋਇਆ ਸੀ? ਜੀ ਦੇਖੋ ਅੰਮ੍ਰਿਤ, ਇਹ ਜਿਹੜਾ ਕਾਫਲਾ ਗਰੀਬਾਂ ਦੇ, ਖੇਤ ਮਜ਼ਦੂਰਾਂ ਦੇ, ਕਿਸਾਨਾਂ ਦੇ, ਆੜ੍ਹਤੀਆਂ ਦੇ, ਹਰੇਕ ਵਰਗ ਦੇ ਉੱਤੇ ਜਿਹੜਾ ਇੱਕ ਕਾਲਾ ਕਾਨੂੰਨ ਕੇਂਦਰ ਦੀ ਸਰਕਾਰ ਨੇ ਪਾਸ ਕੀਤਾ ਹੈ, ਸੂਬੇ ਦੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਅੱਜ ਇਸ ਕਾਨੂੰਨ ਨੂੰ ਵਾਪਸ ਕਰਾਉਣ ਵਾਸਤੇ ਇੱਕ ਵੱਡਾ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਸਾਰਾ ਕੁਝ ਛੱਡ ਕੇ, ਰਿਸ਼ਤਾ ਨਾਤਾ, ਗਠਬੰਧਨ, ਕੁਰਸੀ, ਸਰਕਾਰ ਸਭ ਕੁਝ ਛੱਡ ਕੇ ਅੱਜ ਉਹ ਛੋਟੇ ਖੇਤ ਦੇ ਮਜ਼ਦੂਰ ਜਿਨ੍ਹਾਂ ਦੇ ਕਿਸਾਨਾਂ ਦੇ ਨਾਲ, ਦਾਨਿਆਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਢਿੱਡ ਪਲਦੇ ਨੇ, ਉਹ ਅੱਧੇ ਕਿੱਲੇ, 1 ਕਿੱਲੇ ਵਾਲੇ ਛੋਟੇ ਕਿਸਾਨ ਜਿਨ੍ਹਾਂ ਦਾ ਸਭ ਕੁਝ ਇਸ ਕਾਨੂੰਨ ਦੇ ਨਾਲ ਸਭ ਖਤਮ ਹੋ ਜਾਊਗਾ, ਵੱਡੇ ਛੋਟੇ ਹਰੇਕ ਦਾ। ਉਹ ਆੜ੍ਹਤੀਏ ਜਿਨ੍ਹਾਂ ਦੇ ਆੜਤ ਦੇ ਨਾਲ, ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਤੇ ਉਹ ਦੁਕਾਨਦਾਰ, ਵਪਾਰੀ, ਹਰੇਕ ਜਿਹੜਾ ਇਸ ਕਿਸਾਨ ਦੀ ਆਮਦਨ ਦੇ ਨਾਲ ਅੱਜ ਪੰਜਾਬ ਜੁੜਿਆ ਹੋਇਆ ਹੈ। ਅੱਜ ਇਹਨਾਂ ਸਾਰਿਆਂ ਦੀ ਆਵਾਜ਼ ਬਣ ਕੇ ਸ਼੍ਰੋਮਣੀ ਅਕਾਲੀ ਦਲ ਨੇ ਮੋਢੇ ਦੇ ਨਾਲ ਮੋਢਾ ਲਗਾ ਕੇ ਆਪਣੇ ਕਿਸਾਨਾਂ ਦਾ ਸਾਥ ਦੇ ਕੇ ਇਸ ਲੜਾਈ ਵਿੱਚ ਸ਼ੁਰੂਆਤ ਤੇ ਪਹਿਲ ਕੀਤੀ ਹੈ। ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਆਹੀ ਕੀਤੀ ਕਿ
देश सेवा वर मोहे एहे शुभ कर्मन ते कबू ना टरूं, ना डरूं और सो जब जाए लड़ूं, निश्चय कर अपनी जीत करूं। ਇਹ ਅਰਦਾਸ ਦੇ ਨਾਲ, ਇਸ ਵਿਸ਼ਵਾਸ ਦੇ ਨਾਲ 1.25 ਲੱਖ ਸੇ ਇੱਕ ਲੜਾਊ ਤੇ ਇਹੋ ਜੀ ਛੋਟੀ ਕੌਮ ਨੇ ਇੱਕ ਵੱਡੀ ਤਾਕਤ ਦਾ ਸਾਹਮਣਾ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਦੀ ਸਰਕਾਰ ਬਹੁਤ ਵੱਡੀ ਹੁੰਦੀ ਹੈ, ਬੜੀ ਤਾਕਤਾਂ ਉਹਨਾਂ ਦੇ ਕੋਲ ਹੁੰਦੀਆਂ ਨੇ, ਲੇਕਿਨ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ। ਅੱਜ ਉਸ ਕਲਗੀਧਰ ਪਿਤਾ ਦਾ ਆਸਰਾ ਲੈ ਕੇ ਇਹ ਵੱਡੀ ਲੜਾਈ ਦੀ ਸ਼ੁਰੂਆਤ ਹੈ ਤੇ ਗੁਰੂ ਕਿਰਪਾ ਕਰੇ, ਮਾਲਿਕ ਦੀ ਰਹਿਮਤ ਸਦਕਾ ਫਤਿਹ ਹੋਊਗੀ। ਪੰਜਾਬ ਦੇ ਕਿਸਾਨਾਂ ਗਰੀਬਾਂ ਦੇ ਉੱਤੇ ਜਿਹੜੇ ਇਹ ਪੂੰਜੀਪਤੀਆਂ ਦਾ ਸ਼ਿਕੰਜਵਾ ਕਸਣ ਦਾ ਕੇਂਦਰ ਦੀ ਸਰਕਾਰ ਨੇ ਫੈਸਲਾ ਕੀਤਾ ਹੈ। ਦੇਸ਼ ਭਰ ਦੇ ਕਿਸਾਨ ਦਾ ਇੱਕ ਬਹੁਤ ਵੱਡਾ ਵਿਰੋਧ ਇਕੱਠਾ ਕਰਕੇ ਦੇਸ਼ ਦੀ ਸਰਕਾਰ ਨੂੰ ਝੁਕਾਵਾਂਗੇ ਤੇ ਆਪਣੇ ਪੰਜਾਬ ਤੋਂ ਇਸ ਕਾਲੇ ਕਾਨੂੰਨ ਤੋਂ ਬਹਾਲ ਕਰਾਵਾਂਗੇ। ਵਿਰੋਧੀ ਕਹਿੰਦੇ ਚੰਡੀਗੜ੍ਹ ਕੀ ਹੈ, ਦਿੱਲੀ ਰਵਾਨਾ ਕਿਉਂ ਨਹੀਂ ਹੁੰਦੇ ਕਾਲੇ? ਅਜੇ ਸ਼ੁਰੂਆਤ ਤਾਂ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਵੀ ਹੁਣ ਤਲਵੰਡੀ ਸਾਬੋ ਤੋਂ ਮਾਰਚ ਸ਼ੁਰੂ ਹੋਵੇਗਾ, ਜਿਹੜਾ ਜ਼ਰਕਪੁਰ ਵਾਲੇ ਪਾਸਿਓਂ ਚੰਡੀਗੜ੍ਹ ਦੇ ਵਿੱਚ ਦਾਖਲ ਹੋਵੇਗਾ ਤੇ ਸਿੱਧੇ ਤੌਰ ਤੇ ਆਪਣੇ ਭਾਈਵਾਲਾਂ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ। ਜਿਹੜੀ ਸਰਕਾਰ ਦੇ ਵਿੱਚ ਹਰਸਿਮਰਤ ਕੌਰ ਬਾਦਲ ਕਦੇ ਹਿੱਸਾ ਸੀ, ਉਸ ਸਰਕਾਰ ਦਾ ਸਾਥ ਛੱਡਣ ਤੋਂ ਬਾਅਦ ਹੁਣ ਉਸੇ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ। ਕਿਹਾ ਜਾ ਰਿਹਾ ਕਿ ਵਾਰ-ਵਾਰ ਇਹ ਗੱਲ ਕਹੀ ਗਈ ਕਿ ਇਹਨਾਂ ਕਾਨੂੰਨਾਂ ਤੇ ਇਹਨਾਂ ਬਿੱਲਾਂ ਤੇ ਮੁੜ ਵਿਚਾਰ ਕੀਤਾ ਜਾਵੇ, ਪਰ ਨਹੀਂ ਵਿਚਾਰ ਕੀਤਾ ਗਿਆ, ਨਹੀਂ ਸੁਣਵਾਈ ਹੋਈ ਤਾਂ ਫਿਰ ਕੁਰਸੀ ਛੱਡਣੀ ਪਈ ਤੇ ਸਾਥ ਵੀ ਛੱਡਣਾ ਪਿਆ। ਇੱਕ ਵਾਰ ਫਿਰ ਤੋਂ ਚੱਲਦੇ ਹਾਂ, ਰਾਜੀਵ ਸ਼ਰਮਾ ਮੇਰੇ ਸਹਿਯੋਗੀ ਲਗਾਤਾਰ ਸਵੇਰ ਤੋਂ ਇਸ ਕਾਫਿਲੇ ਦੇ ਨਾਲ ਨੇ। ਭੰਡਾਰੀ ਪੁਲ ਤੋਂ ਇਹ ਕਾਫਿਲਾ ਸੁਖਬੀਰ ਬਾਦਲ ਦਾ ਸ਼ੁਰੂ ਹੋਇਆ ਹੈ, ਜਿਹੜਾ ਚੰਡੀਗੜ੍ਹ ਵੱਲ ਕੂਚ ਕਰ ਰਿਹਾ ਹੈ। ਤਾਂ ਰਾਜੀਵ, ਫਿਲਹਾਲ ਕਿੱਥੇ ਪਹੁੰਚਿਆ ਹੈ ਕਾਫਿਲਾ, ਕਿਸ ਤਰ੍ਹਾਂ ਦੀਆਂ ਤਸਵੀਰਾਂ? ਰਾਮ ਸਿੰਘ ਭਗਨਾ ਜੀ ਅਗਵਾਈ ਨਾਲ ਕਰੀ ਚਲੋ। ਅੰਮ੍ਰਿਤ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਮਾਨਾਵਾਲਾ ਵਿਖੇ ਇਹ ਜਿਹੜਾ ਮਾਰਚ ਹੈ ਉਹ ਪਹੁੰਚ ਚੁੱਕਿਆ ਹੈ। ਇਸ ਵੇਲੇ ਤੁਸੀਂ ਦੇਖ ਸਕਦੇ ਕਿ ਸੁਖਬੀਰ ਬਾਦਲ ਦੇ ਨਾਲ ਗੁਰਦਾਰ ਸਿੰਘ ਰਣੀਕੇ ਇਸ ਵੇਲੇ ਆਪਣੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਨੇ, ਕਿਉਂਕਿ ਇਹ ਜਿਹੜਾ ਇਲਾਕਾ ਇਹ ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦਾ ਹੈ। ਅਟਾਰੀ ਤੋਂ ਗੁਰਦਾਰ ਸਿੰਘ ਰਣੀਕੇ ਵਿਧਾਇਕ ਬਣਦੇ ਰਹੇ ਨੇ, ਸਾਬਕਾ ਮੰਤਰੀ ਨੇ ਪੰਜਾਬ ਦੇ। ਮਾਨਾਵਾਲੇ ਵਿਖੇ ਇਸ ਕਾਫਲੇ ਦਾ ਇੰਤਜ਼ਾਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਕਾਲੀ ਵਰਕਰ ਨੇ ਉਹ ਕਰ ਰਹੇ ਸਨ। ਤਾਂ ਇੱਕ ਤਸਵੀਰ ਮੈਂ ਹੁਣ ਦਿਖਾਉਣ ਦੀ ਕੋਸ਼ਿਸ਼ ਕਰਦਾ, ਇਹ ਤਾਂ ਤਸਵੀਰ ਹੈ ਕਿ ਸੁਖਬੀਰ ਬਾਦਲ ਇਸ ਮਾਰਚ ਦੀ ਅਗਵਾਈ ਕਰ ਰਹੇ ਨੇ, ਪਰ ਜਦੋਂ ਇਹ ਕਾਫਲਾ ਚੰਡੀਗੜ੍ਹ ਵਾਲੇ ਪਾਸੇ ਨੂੰ ਵਧ ਰਿਹਾ ਤਾਂ ਉਧਰ ਕਿਸ ਤਰੀਕੇ ਦੀ ਤਸਵੀਰ ਹੈ ਉਹ ਵੀ ਮੈਂ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਜਦੋਂ ਇਹ ਮਾਰਚ ਰਵਾਨਾ ਹੋਇਆ ਸੀ ਤਾਂ ਉੱਥੇ ਜੋ ਹੈ ਉਹ ਸ਼ਹਿਰ ਦੇ ਨਾਲ ਜਾਂ ਫਿਰ ਮਜੀਠੇ ਹਲਕੇ ਦੇ ਨਾਲ ਸੰਬੰਧਿਤ ਜਾਂ ਆਸ-ਪਾਸ ਦੇ ਜਿਹੜੇ ਕਸਬੇ ਨੇ ਉੱਥੋਂ ਜਿਹੜੇ ਅਕਾਲੀ ਵਰਕਰ ਪਹੁੰਚੇ ਸੀ। ਪਰ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਜਿੰਨੇ ਵੀ ਵਿਧਾਨ ਸਭਾ ਹਲਕੇ ਨੇ ਉੱਥੇ ਅਕਾਲੀ ਆਗੂਆਂ ਦੀ ਇਹ ਡਿਊਟੀ ਲਗਾਈ ਗਈ ਹੈ ਕਿ ਹਾਈਵੇ ਤੇ ਉਹ ਆਪਣੇ ਸਮਰਥਕਾਂ ਦੇ ਨਾਲ ਪਹੁੰਚਣਗੇ ਔਰ ਇਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਸਵਾਗਤ ਹੈ ਉਹ ਕੀਤਾ ਜਾਏਗਾ। ਤਾਂ ਇਹ ਜਿੰਨੀਆਂ ਵੀ ਗੱਡੀਆਂ ਇਸ ਵੇਲੇ ਇੱਥੇ ਨਜ਼ਰ ਆ ਰਹੀਆਂ ਨੇ, ਇਹ ਸਾਰੀਆਂ ਗੱਡੀਆਂ ਹੁਣ ਇਸ ਕਾਫਲੇ ਦੇ ਪਿੱਛੇ ਚੱਲਣਗੀਆਂ। ਤਾਂ ਅਸੀਂ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਜਿਹੜਾ ਕਾਫਲਾ ਉਹ ਹੌਲੀ-ਹੌਲੀ ਜਦੋਂ ਚੰਡੀਗੜ੍ਹ ਪਹੁੰਚੇਗਾ ਤਾਂ ਪੰਜਾਬ ਦੇ ਲਗਭਗ ਜਿੰਨੇ ਵੀ ਇਸ ਹਾਈਵੇ ਦੇ ਨਾਲ ਲੱਗਦੇ ਵਿਧਾਨ ਸਭਾ ਖੇਤਰ ਨੇ ਉੱਥੋਂ ਜੋ ਹੈ ਉਹ ਅਕਾਲੀ ਵਰਕਰ ਇਸ ਕਾਫਲੇ ਦੇ ਵਿੱਚ ਸ਼ਾਮਲ ਹੁੰਦੇ ਜਾਣਗੇ। ਔਰ ਇਹ ਜਿਹੜਾ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਸ਼ੁਰੂ ਹੋਇਆ ਸੀ ਉਹ ਹੁਣ ਅੱਗੇ ਵਧ ਰਿਹਾ ਔਰ ਇਸ ਵੇਲੇ ਮਾਨਾਂ ਵਾਲੇ ਇਹ ਜਿਹੜਾ ਮਾਰਚ ਆ ਪਹੁੰਚ ਚੁੱਕਿਆ ਔਰ ਹੁਣ ਅਗਲਾ ਪੜਾਅ ਜੋ ਹੈ ਉਹ ਜੰਡਿਆਲਾ ਗੁਰੂ ਹੈ। ਜੰਡਿਆਲਾ ਗੁਰੂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜੇ ਤਾਂ ਇਹ ਤਸਵੀਰ ਤੁਸੀਂ ਇਸ ਵੇਲੇ ਕਿੰਨਾ ਕਿਸਾਨ ਪਿਆਰਾ ਇੱਥੋਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿੱਥੋਂ ਤੱਕ ਸਾਰੇ ਗੱਡੀਆਂ 'ਚ ਬੈਠਦੇ ਜਾ ਰਹੀ ਹੈ ਸਿਰਫ ਅਕਾਲੀ ਦਲ ਦੇ ਇਸ ਮਾਰਚ ਦੇ ਵਿੱਚ ਸ਼ਾਮਲ ਜਿਹੜੀਆਂ ਗੱਡੀਆਂ ਨੇ ਔਰ ਅਕਾਲੀ ਦਲ ਦੇ ਜਿਹੜੇ ਝੰਡੇ ਨੇ ਉਹ ਦਿਖਾਈ ਦੇ ਰਹੇ ਨੇ। ਤਾਂ ਕੈਮਰੇ ਦੀ ਨਜ਼ਰ ਦੇ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਤੁਸੀਂ ਦੇਖੋ ਕਿ ਜਿੱਥੋਂ ਤੱਕ ਵੀ ਕੈਮਰੇ ਦੀ ਨਜ਼ਰ ਜਾ ਰਹੀ ਹੈ ਸਿਰਫ ਤੇ ਸਿਰਫ ਸੜਕ ਦੇ ਉੱਪਰ ਅਕਾਲੀ ਦਲ ਦੇ ਆਗੂਆਂ ਦੀਆਂ ਗੱਡੀਆਂ ਹੀ ਦਿਖਾਈ ਦੇ ਰਹੀਆਂ ਨੇ। ਤਾਂ ਇੱਥੇ ਇੱਕ ਹੋਰ ਜਿਹੜਾ ਪੱਖ ਹੈ ਕਿ ਆਮ ਜਿਹੜੇ ਲੋਕ ਬਿਲਕੁਲ ਰਾਜੀਵ, ਤਾਂ ਇਹ ਕਾਫਿਲਾ ਲਗਾਤਾਰ ਅੱਗੇ ਵਧ ਰਿਹਾ ਹੈ ਤਾਂ ਨਜ਼ਰ ਬਣੀ ਹੋਈ ਹੈ ਲਗਾਤਾਰ ਇਸ ਮਹਾਪ੍ਰਦਰਸ਼ਨ ਤੇ ਜੋ ਅਕਾਲੀ ਦਲ ਦੇ ਵੱਲੋਂ ਅੱਜ ਕੀਤਾ ਜਾ ਰਿਹਾ ਹੈ ਖੇਤੀ ਕਾਨੂੰਨਾਂ ਦੇ ਖਿਲਾਫ। ਤਲਵੰਡੀ ਸਾਬੋ ਦੇ ਵਿੱਚ ਫਿਲਹਾਲ ਕਿਸ ਤਰ੍ਹਾਂ ਦੀ ਹਲਚਲ ਹੈ? ਸੂਰਜ ਪਾਨ ਮੇਰੇ ਸਹਿਯੋਗੀ ਜ਼ਿਆਦਾ ਜਾਣਕਾਰੀ ਲਈ ਜੁੜੇ ਨੇ। ਤਾਂ ਸੂਰਜ, ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਹੈ
ਤਲਵੰਡੀ ਸਾਬੋ ਦੇ ਵਿੱਚ ਇਹ ਮਾਰਚ ਕਦੋਂ ਸ਼ੁਰੂ ਹੋ ਰਿਹਾ ਹੈ? ਬਿਲਕੁਲ ਇਹ ਮਾਰਚ ਹੈ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤੇ ਪਿੰਡਾਂ ਦੇ ਰਸਤੇ ਹੁੰਦੇ ਹੋਏ ਮੌੜ ਮੰਡੀ ਦੇ ਰਸਤੇ ਤਲਵੰਡੀ ਸਾਬੋ ਤੋਂ ਮੌੜ ਰੁਕੇਗਾ ਤੇ ਮੌੜ ਤੋਂ ਬਾਅਦ ਅੱਗੇ ਰਾਮਪੁਰਾ ਸੇ ਹੈ, ਕਿਉਂਕਿ ਜ਼ੋਨ ਵਾਈਜ਼ ਉਹਨੇ ਸੇ ਬਣਾਏ ਹੋਏ ਨੇ ਜਿੱਥੇ ਵੱਡੀ ਗਿਣਤੀ ਵਿੱਚ ਇਹਨਾਂ ਦੇ ਸਮਰਥਕ ਨੇ, ਸਪੋਰਟਰ ਨੇ, ਉਹ ਉੱਥੇ ਇੰਤਜ਼ਾਰ ਕਰ ਰਹੇ ਨੇ ਤੇ ਉੱਥੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਅੱਗੇ ਹਰਸਿਮਰਤ ਬਾਦਲ ਜਿਹੜਾ ਅੱਗੇ ਚੱਲਣਗੇ। ਪਰ ਪਿੰਡਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਪਰ ਇਹਨਾਂ ਦੇ ਸਮਰਥਕ ਨੇ ਜਿਹੜੇ ਇੱਕ ਵੱਡੀ ਗਿਣਤੀ ਵਿੱਚ ਵਹੀਕਲ ਇਕੱਠੇ ਹੋਏ ਨੇ ਤੇ ਉਸ ਤੋਂ ਬਾਅਦ ਜੀਰਕਪੁਰ ਦੇ ਰਸਤੇ ਚੰਡੀਗੜ੍ਹ ਜਾਣਾ ਹੈ। ਪਰ ਕਿਤੇ ਨਾ ਕਿਤੇ ਜਾ ਕੇ ਦੋ ਝੰਡੇ ਨਜ਼ਰ ਆ ਰਹੇ ਨੇ। ਇੱਕ ਹਰੇ ਰੰਗ ਦਾ ਝੰਡਾ ਵੱਖਰੇ ਤੌਰ ਤੇ ਗੱਡੀਆਂ ਤੇ ਲਾਇਆ ਹੋਇਆ ਕਿਉਂਕਿ ਹਰਿਆਲੀ ਪ੍ਰਤੀਕ ਹੈ ਕਿਸਾਨੀ ਦਾ, ਹਾਲਾਂਕਿ ਉਸ ਬਾਈਨਰ ਝੰਡੇ ਦੇ ਉੱਪਰ ਕੁਝ ਨਹੀਂ ਲਿਖਿਆ ਹੋਇਆ। ਅਕਾਲੀ ਦਲ ਦੇ ਝੰਡੇ ਦੇ ਨਾਲ ਹਰੇ ਰੰਗ ਦੇ ਝੰਡੇ ਜਿਹੜੇ ਅੱਜ ਪਹਿਲੀ ਵਾਰ ਵੇਖਣ ਨੂੰ ਮਿਲੇ ਨੇ ਜਦੋਂ ਤੋਂ ਕੇਂਦਰ ਸਰਕਾਰ ਨਾਲੋਂ ਤੋੜ ਵਿਛੋੜਾ ਕੀਤਾ ਅਕਾਲੀ ਦਲ ਨੇ। ਤਾਂ ਕਰਕੇ ਹਾਲਾਂਕਿ ਤਲਵੰਡੀ ਸਾਬੋ ਦੇ ਵਿੱਚ ਉਹਦਾ ਇਕੱਠ ਨਹੀਂ ਸੀ, ਜਿੰਨੀ ਉਮੀਦ ਪਾਈ ਜਾ ਰਹੀ ਸੀ ਕਿ 4-5 ਹਲਕਿਆਂ ਦੇ ਲੋਕ ਇਕੱਠੇ ਹੋਣਗੇ, ਪਰ ਤਲਵੰਡੀ ਦੇ ਵਿੱਚ ਗਿਣੇ ਚੁਣੀਆਂ ਗੱਡੀਆਂ ਸੀਗੀਆਂ। ਉੱਥੋਂ ਸ਼ੁਰੂਆਤ ਕੀਤੀ ਹੈ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਨਗਮਸਤਕ ਹੋ ਕੇ ਇਹ ਕਾਫਲਾ ਪਿੰਡਾਂ ਦੇ ਰਸਤੇ ਹੁੰਦਾ ਹੋਇਆ ਜੀਰਕਪੁਰ ਦੇ ਰਸਤੇ ਚੰਡੀਗੜ੍ਹ ਪਹੁੰਚੇਗਾ। ਤਾਂ ਸੂਰਜ ਕੋਈ ਜਿਵੇਂ ਤੁਸੀਂ ਦੱਸਿਆ ਕਿ ਮੌੜ ਮੰਡੀ ਰੁਕੇਗਾ, ਉਸ ਤੋਂ ਬਾਅਦ ਰਾਮਪੁਰਾ, ਤਾਂ ਉਸ ਤੋਂ ਅੱਗੇ ਵੀ ਕੋਈ ਪੜਾਅ ਰੱਖੇ ਗਏ ਨਹੀਂ ਜਾਂ ਫਿਰ ਉਸ ਤੋਂ ਬਾਅਦ ਸਿੱਧਾ ਜੋ ਚਾਲੇ ਪਾ ਦਿੱਤੇ ਜਾਣਗੇ ਚੰਡੀਗੜ੍ਹ ਵਾਲੇ ਪਾਸੇ ਤੇ ਸਿੱਧੀ ਬ੍ਰੇਕ ਫਿਰ ਚੰਡੀਗੜ੍ਹ ਹੀ ਆ ਕੇ ਲੱਗੇਗੀ? ਬਿਲਕੁਲ ਜ਼ਿਲ੍ਹੇ ਤੇ ਜ਼ੋਨਾਂ ਦੇ ਹਿਸਾਬ ਨਾਲ ਇਹਨਾਂ ਨੇ ਇਸ ਨੂੰ ਡਿਵਾਈਡ ਕੀਤਾ ਹੋਇਆ, ਵੰਡਿਆ ਹੋਇਆ। ਉਸੇ ਹਿਸਾਬ ਨਾਲ ਜਿਹੜੇ ਇਹਨਾਂ ਦੇ ਸਪੋਰਟਰ ਨੇ, ਸਮਰਥਕ ਨੇ, ਉਹ ਵਹੀਕਲ ਲੈ ਕੇ ਗੱਡੀਆਂ ਲੈ ਕੇ ਇੰਤਜ਼ਾਰ ਕਰ ਰਹੇ ਨੇ। ਸਿਰਫ ਉੱਥੇ ਰੁਕਣ ਦਾ ਪ੍ਰੋਗਰਾਮ ਨਹੀਂ ਹੈ, ਸਿਰਫ ਇਹ ਹਲਕਾ ਜਿਹਾ ਕਿ ਗੱਲਬਾਤ ਹਲਕੇ ਉਹਨਾਂ ਦੇ ਨਾਲ ਕਰਕੇ ਤੇ ਨਾਲ ਹੀ ਗੱਡੀਆਂ ਨੂੰ ਕਾਫਲੇ ਦੇ ਵਿੱਚ ਤੋਰ ਕੇ ਅੱਗੇ ਫਿਲਹਾਲ ਤੁਰਿਆ ਜਾਣਾ। ਤਾਂ ਕਰਕੇ ਅਗਰ ਇਸੇ ਤਰ੍ਹਾਂ ਦੇ ਸਟੇ ਹੁੰਦੇ ਹੋਏ ਤਾਂ ਰਸਤਾ ਕਾਫੀ ਲੰਬਾ ਹੈਗਾ। ਤਾਂ ਕਰਕੇ ਇਹੀ ਕਹਿ ਰਹੇ ਨੇ ਕਿ ਸਟੇ ਬਹੁਤ ਘੱਟ ਕੀਤੇ ਹੋਏ ਨੇ, ਸਿਰਫ ਉਸ ਜਗ੍ਹਾ ਦੇ ਉੱਪਰ ਜਿੱਥੇ ਸਮਰਥਕ ਇਕੱਠੇ ਹੋਏ ਨੇ ਉਸ ਜਗ੍ਹਾ ਦੇ ਉੱਪਰ ਗੱਡੀਆਂ ਨੂੰ ਸਿਰਫ ਕਾਫਲੇ 'ਚ ਰਲਾਇਆ ਜਾਣਾ ਹੈਗਾ। ਸਟੇ ਪ੍ਰੋਪਰ ਤੌਰ ਤੇ ਕਿਸੇ ਜਗ੍ਹਾ ਤੇ ਸਟੇ ਪ੍ਰੋਪਰ ਨਹੀਂ ਰੱਖੇ ਗਏ। ਜਿਸ ਤਰ੍ਹਾਂ ਦੇ ਜ਼ੋਨ ਜਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸਮਰਥਕ ਇਹਨਾਂ ਦੇ ਇਕੱਠੇ ਹੋਏ ਨੇ ਉਸ ਜਗ੍ਹਾ ਤੋਂ ਗੱਡੀਆਂ ਕਾਫਲੇ ਗਿਰਾਉਂਦੀਆਂ ਹੋਈਆਂ ਅੱਗੇ ਰਵਾਨਾ ਹੋਣਗੀਆਂ। ਬਿਲਕੁਲ, ਤਾਂ ਸਮੇਂ ਦੀ ਕਮੀ ਦੇ ਕਰਕੇ ਹੀ ਪਹਿਲਾਂ ਜੋ ਵੱਡਾ ਇਕੱਠ ਪ੍ਰਦਰਸ਼ਨ ਮੋਹਾਲੀ ਦੇ ਵਿੱਚ ਕੀਤੇ ਜਾਣਾ ਸੀ ਉਸ ਨੂੰ ਵੀ ਕੈਂਸਲ ਕੀਤਾ ਗਿਆ ਹੈ। ਹੁਣ ਸਿੱਧੇ ਆਪੋ ਆਪਣੇ ਸਥਾਨ ਤੋਂ ਪਹੁੰਚ ਕੇ ਚੰਡੀਗੜ੍ਹ ਤੇ ਫਿਰ ਗਵਰਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਪਰ ਸੂਰਜ ਨਾਲ ਹੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਅੱਜ ਤਾਂ ਚੰਡੀਗੜ੍ਹ ਜਾਇਆ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕੂਚ ਦਿੱਲੀ ਨੂੰ ਵੀ ਕੀਤਾ ਜਾ ਸਕਦਾ ਹੈ। ਬਿਲਕੁਲ ਕੋਈ ਦੋ ਰਾਏ ਨਹੀਂ। ਇਹੀ ਸਵਾਲ ਉਹਨਾਂ ਨੂੰ ਕੀਤੇ ਗਏ ਸੀ ਕਿ ਆਖਿਰਕਾਰ ਵਿਰੋਧੀ ਇਹ ਕਹਿੰਦੇ ਕਿ ਦਿੱਲੀ ਕਿਉਂ ਨਹੀਂ ਜਾਂਦੇ, ਪਰ ਉਹ ਕਹਿ ਰਹੇ ਨੇ ਕਿ ਸ਼ੁਰੂਆਤ ਹੈ ਜਿਹੜੀ ਇਹ ਰੱਬ ਦੇ ਘਰ ਤੋਂ ਕੀਤੀ ਹੈ। ਤਾਂ ਕਰਕੇ ਤਲਵੰਡੀ ਮੱਥਾ ਟੇਕਿਆ ਤੇ ਪਹਿਲੀ ਸ਼ੁਰੂਆਤ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਬਾਅਦ ਜਲਦੀ ਹੀ ਦਿੱਲੀ ਵੱਲ ਵੀ ਰਵਾਨਾ ਹੋਣਗੇ। ਤਾਂ ਕਰਕੇ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੀ ਨਬਜ਼ ਤੋੜ ਰਹੇ ਨੇ। ਹਰਸਿਮਰਤ ਬਾਦਲ, ਉਧਰ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਅਲੱਗ-ਅਲੱਗ ਆਪਦੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਇਕੱਠਾ ਕਰਕੇ ਚੰਡੀਗੜ੍ਹ ਵੱਲ ਰਵਾਨਾ ਹੋ ਰਹੇ ਨੇ। ਜੀ ਸੂਰਜ, ਸ਼ੁਕਰੀਆ ਫਿਲਹਾਲ ਇਸ ਜਾਣਕਾਰੀ ਦੇ ਲਈ। ਤਾਂ ਤਲਵੰਡੀ ਸਾਬੋ ਤੋਂ ਵੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਇਹ ਰੋਸ ਮਾਰਚ ਸ਼ੁਰੂ ਹੋ ਚੁੱਕਾ ਹੈ, ਮੌੜ ਮੰਡੀ ਪਹੁੰਚ ਚੁੱਕਾ ਹੈ ਤੇ ਇਸ ਤੋਂ ਬਾਅਦ ਰਾਮਪੁਰਾ ਤੋਂ ਹੁੰਦਿਆਂ ਹੋਇਆਂ ਵੱਖ-ਵੱਖ ਜ਼ੋਨ ਜਿਹੜੇ ਨੇ ਉਹ ਤੈਅ ਕੀਤੇ ਗਏ ਨੇ। ਉੱਥੇ ਹਾਲਾਂਕਿ ਜ਼ਿਆਦਾ ਦੇਰ ਦੇ ਲਈ ਰੁਕਣ ਦਾ ਕੋਈ ਪ੍ਰੋਗਰਾਮ ਨਹੀਂ ਹੈ ਕਿਉਂਕਿ ਦੁਪਹਿਰ ਤੱਕ ਕਿਹਾ ਜਾ ਰਿਹਾ ਕਿ 2 ਤੋਂ 3 ਵਜੇ ਦੇ ਵਿੱਚ ਇਹ ਮਾਰਚ ਚੰਡੀਗੜ੍ਹ ਪਹੁੰਚ ਜਾਣਗੇ। ਹਰਸਿਮਰਤ ਕੌਰ ਬਾਦਲ ਦਾ ਕਾਫਿਲਾ ਜ਼ੀਰਕਪੁਰ ਵਾਲੇ ਪਾਸਿਓਂ ਚੰਡੀਗੜ੍ਹ ਦੇ ਵਿੱਚ ਐਂਟਰੀ ਕਰੇਗਾ, ਜਦਕਿ ਸੁਖਬੀਰ ਬਾਦਲ ਦਾ ਜੋ ਕਾਫਿਲਾ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਹੈ ਉਹ ਪੀਜੀਆਈ ਵਾਲੇ ਪਾਸਿਓਂ ਚੰਡੀਗੜ੍ਹ ਦੇ ਵਿੱਚ ਦਾਖਲ ਹੋਵੇਗਾ ਤੇ ਇਸ ਤੋਂ ਬਾਅਦ ਅਕਾਲੀ ਦਲ ਦਾ ਇੱਕ ਵਫਦ ਗਵਰਨਰ ਦੇ ਨਾਲ ਮੁਲਾਕਾਤ ਕਰੇਗਾ ਤੇ ਉਸ ਮੁਲਾਕਾਤ ਦੇ ਦੌਰਾਨ ਮੰਗ ਪੱਤਰ ਸੌਂਪਿਆ ਜਾਵੇਗਾ, ਜਿਸ ਦੇ ਵਿੱਚ ਸੰਸਦ ਦਾ ਇਜਲਾਸ ਦੁਬਾਰਾ ਸੱਦੇ ਜਾਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਇਹਨਾਂ ਕਾਨੂੰਨਾਂ ਨੂੰ ਮੁੜ ਵਿਚਾਰਿਆ ਜਾ ਸਕੇ। ਜੋ ਬਿੱਲ ਕਾਨੂੰਨ ਬਣ ਗਏ ਨੇ ਉਹਨਾਂ ਤੇ ਮੁੜ ਵਿਚਾਰ ਕੀਤਾ ਜਾਵੇ। ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਅਕਾਲੀ ਦਲ ਦਾ ਮਹਾ ਪ੍ਰਦਰਸ਼ਨ, 3 ਤਖਤ ਸਾਹਿਬਾਨਾਂ ਤੋਂ ਚੰਡੀਗੜ੍ਹ ਵਾਲੇ ਪਾਸੇ ਮਾਰਚ, ਅੰਮ੍ਰਿਤਸਰ ਅਤੇ ਤਲਵੰਡੀ ਸਾਬੋ ਤੋਂ ਇਹ ਮਾਰਚ ਸ਼ੁਰੂ ਹੋ ਚੁੱਕੇ ਨੇ। ਹੁਣ ਤੋਂ ਕੁਝ ਹੀ ਦੇਰ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਵੀ ਇਹ ਰੋਸ ਮਾਰਚ ਸ਼ੁਰੂ ਹੋ ਜਾਵੇਗਾ। ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਅਕਾਲੀ ਦਲ ਦੇ ਵੱਲੋਂ ਅੱਜ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਐਨਡੀਏ ਤੋਂ ਵੱਖ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਅਕਾਲੀ ਦਲ ਵੱਡਾ ਪ੍ਰਦਰਸ਼ਨ ਕਰ ਰਿਹਾ ਹੈ। 3 ਤਖਤ ਸਾਹਿਬਾਨਾਂ ਤੋਂ ਇਹ ਰੋਸ ਮਾਰਚ ਸ਼ੁਰੂ ਕੀਤੇ ਗਏ ਨੇ। ਅੰਮ੍ਰਿਤਸਰ ਪਹੁੰਚੇ ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ। ਉਸ ਤੋਂ ਬਾਅਦ ਭੰਡਾਰੀ ਪੁਲ ਤੋਂ ਇਹ ਰੋਸ ਮਾਰਚ ਸ਼ੁਰੂ ਕੀਤਾ ਜਿਹੜਾ ਹੁਣ ਮਾਨਾਵਾਲਾ ਤੋਂ ਅੱਗੇ ਪਹੁੰਚ ਗਿਆ। ਸੁਖਬੀਰ ਬਾਦਲ ਇਸ ਦੀ ਅਗਵਾਈ ਕਰ ਰਹੇ ਨੇ, ਨਾਲ ਵਿਕਰਮ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ ਸਣੇ ਹੋਰ ਕਈ ਸੀਨੀਅਰ ਲੀਡਰਸ਼ਿਪ ਮਾਝੇ ਦੀ ਤੇ ਨਾਲ ਹੀ ਵੱਡਾ ਕਾਫਿਲਾ ਵਰਕਰਾਂ ਦਾ। ਉਧਰ ਦੂਜੇ ਪਾਸੇ ਤਲਵੰਡੀ ਸਾਬੋ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਇਥੋਂ
ਰੋਸ ਮਾਰਚ ਸ਼ੁਰੂ ਕੀਤਾ ਗਿਆ ਹੈ, ਜਿਹੜਾ ਜ਼ੀਰਕਪੁਰ ਵਾਲੇ ਪਾਸਿਓਂ ਚੰਡੀਗੜ੍ਹ ਦੇ ਵਿੱਚ ਦਾਖਲ ਹੋਵੇਗਾ ਤੇ ਤੀਸਰੇ ਪਾਸੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣਗੇ। ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਿਲਜੀਤ ਸਿੰਘ ਚੀਮਾ ਤੇ ਉਸ ਤੋਂ ਬਾਅਦ ਮਾਰਚ ਸ਼ੁਰੂ ਕੀਤਾ ਜਾਵੇਗਾ ਆਨੰਦਪੁਰ ਸਾਹਿਬ ਦੀ ਧਰਤੀ ਤੋਂ। ਅਤੇ ਚੰਡੀਗੜ੍ਹ ਦੇ ਵਿੱਚ ਇਹ ਜਿਹੜੇ ਤਿੰਨੇ ਮਾਰਚ ਨੇ ਵੱਖ-ਵੱਖ ਥਾਵਾਂ ਤੋਂ ਸ਼ੁਰੂ ਹੋਏ 2 ਤੋਂ 3 ਵਜੇ ਦਾ ਸਮਾਂ ਕਿਹਾ ਜਾ ਰਿਹਾ ਹੈ ਕਿ ਇਹ ਪਹੁੰਚ ਜਾਣਗੇ। ਉਸ ਤੋਂ ਬਾਅਦ ਮੰਗ ਪੱਤਰ ਗਵਰਨਰ ਨੂੰ ਸੌਂਪਿਆ ਜਾਵੇਗਾ। ਤਾਂ ਅਕਾਲੀ ਦਲ ਦੇ ਵੱਲੋਂ ਥੀਮ ਰੱਖਿਆ ਗਿਆ ਹੈ ਇਹਨਾਂ ਰੋਸ ਮਾਰਚਾਂ ਦਾ ਇੱਕੋ ਨਾਰਾ ਕਿਸਾਨ ਪਿਆਰਾ। ਤੇ ਇਸ ਵਾਰ ਇੱਕ ਹੋਰ ਖਾਸ ਗੱਲ ਹੈ ਕਿ ਅਕਾਲੀ ਦਲ ਦੇ ਝੰਡੇ ਦੇ ਨਾਲ ਇੱਕ ਹਰਾ ਝੰਡਾ ਵੀ ਲਗਾਇਆ ਗਿਆ ਹੈ ਟਰੈਕਟਰ ਟਰਾਲੀਆਂ ਤੇ ਨਾਲ ਹੀ ਜੋ ਮਾਸਕ ਅੱਜ ਅਕਾਲੀ ਦਲ ਦੇ ਵੱਲੋਂ ਲਗਾਏ ਗਏ ਨੇ ਉਹ ਵੀ ਹਰੇ ਰੰਗ ਦੇ ਨੇ, ਯਾਨੀ ਕਿ ਸਿੱਧੇ ਤੌਰ ਤੇ ਕਿਸਾਨੀ ਦਾ ਰੰਗ ਹਰਾ ਰੰਗ ਅੱਜ ਅਪਣਾਇਆ ਗਿਆ ਹੈ, ਸ਼ਾਮਿਲ ਕੀਤਾ ਗਿਆ ਹੈ ਆਪਣੇ ਇਸ ਰੋਸ ਮਾਰਚ ਦੇ ਵਿੱਚ। ਜਦਕਿ ਕਿਸਾਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਸਿਆਸਤਦਾਨ ਸਾਡੇ ਧਰਨਿਆਂ ਦੇ ਵਿੱਚ ਸ਼ਾਮਿਲ ਨਾ ਹੋਵੇ, ਸਿਆਸਤਦਾਨਾਂ ਦਾ ਬਾਈਕਾਟ ਕਰਨ ਦੀ ਗੱਲ ਕਿਸਾਨ ਆਖ ਰਹੇ ਨੇ। ਤਾਂ ਦੂਜੇ ਪਾਸੇ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਦਾਅਵਾ ਕਰਨ ਦੀ ਗੱਲ ਕਹਿੰਦਿਆਂ ਹੋਇਆਂ ਅਕਾਲੀ ਦਲ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਸ਼ਕਤੀ ਪ੍ਰਦਰਸ਼ਨ ਇਹ ਜੋ ਹੋ ਰਿਹਾ ਹੈ ਅਕਾਲੀ ਦਲ ਦੇ ਵੱਲੋਂ। ਤਾਂ ਦੱਸ ਦਈਏ ਕਿ ਐਨਡੀਏ ਤੋਂ ਵੱਖ ਹੋਣ ਤੋਂ ਬਾਅਦ ਆਪਣੇ ਹੀ ਭਾਈਵਾਲ ਰਹਿ ਚੁੱਕੀ ਬੀਜੇਪੀ ਦੇ ਖਿਲਾਫ ਅਕਾਲੀ ਦਲ ਦੇ ਵੱਲੋਂ ਅੱਜ ਮੋਰਚਾ ਖੋਲ੍ਹਿਆ ਗਿਆ ਹੈ। ਹਾਲਾਂਕਿ ਨਿਸ਼ਾਨੇ ਤੇ ਨਾਲ ਹੀ ਕੈਪਟਨ ਸਰਕਾਰ ਵੀ ਹੈ, ਤਾਂ ਦੋਵਾਂ ਨੂੰ ਘੇਰਿਆ ਜਾ ਰਿਹਾ ਹੈ। ਤਾਂ ਉਧਰ ਬੀਜੇਪੀ ਕਹਿ ਰਹੀ ਹੈ ਕਿ ਅਕਾਲੀ ਦਲ ਦੇ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਹ ਤਖਤ ਸਾਹਿਬਾਨਾਂ ਦੀ ਪਵਿੱਤਰ ਧਰਤੀ ਨੂੰ ਪ੍ਰਦਰਸ਼ਨ ਦੇ ਲਈ ਚੁਣਨਾ ਜਾਇਜ਼ ਨਹੀਂ ਹੈ। ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਚਾਹੇ ਕੁਝ ਵੀ ਹੁਣ ਕਰ ਲਵੇ, ਪਰ ਹੁਣ ਜੋ ਹੈ ਉਹ ਸਮਾਂ ਲੰਘ ਚੁੱਕਾ ਹੈ। ਤਾਂ ਕਾਂਗਰਸ ਦੇ ਵੱਲੋਂ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਸਮਾਂ ਲੰਘ ਚੁੱਕਾ ਹੈ, ਪਰ ਅਕਾਲੀ ਦਲ ਦਾਅਵੇ ਕਰ ਰਿਹਾ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦੇ ਲਈ ਕਿਤੇ ਵੀ ਜਾਵਾਂਗੇ। ਕਾਂਗਰਸੀ ਆਗੂ ਰਮਨ ਬਾਲਾ ਸੁਬਰਮਨੀਅਮ ਸਾਡੇ ਨਾਲ ਜੁੜ ਗਏ ਨੇ। ਤਾਂ ਰਮਨ ਬਾਲਾ ਜੀ, ਅੱਜ ਤਖਤ ਸਾਹਿਬਾਨਾਂ ਦੀ ਪਵਿੱਤਰ ਧਰਤੀ ਨੂੰ ਚੁਣਿਆ ਗਿਆ ਹੈ, ਕਿਸਾਨਾਂ ਦੇ ਹੱਕ ਦੇ ਵਿੱਚ ਕਹਿੰਦੇ ਨੇ ਅਸੀਂ ਆਵਾਜ਼ ਬੁਲੰਦ ਕਰਾਂਗੇ। ਦੇਖੋ, ਅਸੀਂ ਇੱਕ ਡੈਮੋਕ੍ਰੈਟਿਕ ਕੰਟਰੀ ਹਾਂ ਔਰ ਸਾਡੇ 'ਚ ਫਰੀडम ਆਫ ਐਕਸਪ੍ਰੈਸ਼ਨ ਦਾ ਜਿਹੜਾ ਵਾ ਸਾਨੂੰ ਰਾਈਟ ਹੈਗਾ ਵਾ। ਅਸੀਂ ਆਪਣੇ ਸ਼ਾਂਤਮਈ ਢੰਗ ਤਰੀਕੇ ਅਪਣਾ ਸਕਦੇ ਹੈਗੇ ਆ ਕਿਸੇ ਚੀਜ਼ ਨੂੰ ਹਾਈਲਾਈਟ ਕਰਨ ਲਈ, ਪ੍ਰੋਪੋਰਟ ਕਰਨ ਲਈ। ਇਹਦੇ ਲਈ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਜਿਹੜਾ ਅਕਾਲੀ ਦਲ ਕਰ ਰਿਹਾ। ਪਰ ਅਕਾਲੀ ਦਲ ਨੂੰ ਕਰਨ ਦੀ ਗੱਲ ਇਹ ਹੈ ਵੀ ਜਿਹੜੀ ਜਗ੍ਹਾ ਜਦੋਂ ਚੋਟ ਮਾਰਨੀ ਸੀਗੀ, ਜਦੋਂ ਇਹਨਾਂ ਨੂੰ ਸਟੈਂਡ ਲੈਣਾ ਸੀਗਾ, ਜਦੋਂ ਉਸ ਚੀਜ਼ ਤੇ ਇਹਨਾਂ ਨੂੰ ਇਨੈਕਟ ਕਰਨਾ ਸੀਗਾ, ਉਦੋਂ ਤੱਕ ਤਾਂ ਕੀਤਾ ਨਹੀਂ। ਫਿਰ ਸਾਰਿਆਂ ਨਾਲੋਂ ਵੱਡੀ ਗੱਲ ਕਿ ਜਿਸ ਇਹਨਾਂ ਦੇ ਜਿਹੜੇ ਸਰਪ੍ਰਸਤ ਨੇ ਪ੍ਰਕਾਸ਼ ਸਿੰਘ ਬਾਦਲ ਜੀ, ਉਹ ਜਿਨ੍ਹਾਂ ਦੀ ਇੱਕ ਮੋਰਲ, ਜਿਹਨੂੰ ਕਹੀਏ ਵੀ ਮੋਰਲ ਪ੍ਰੈਸ਼ਰ ਹੋ ਸਕਦਾ ਸੀਗਾ ਐਨਡੀਏ ਦੇ ਗਠਬੰਧਨ ਤੇ ਜਾਂ ਪਾਰਟੀ ਲੀਡਰਸ਼ਿਪ ਤੇ, ਉਹਨਾਂ ਨੂੰ ਮਿਲ ਵੀ ਨਹੀਂ ਸਕੇ, ਉਹਨਾਂ ਨਾਲ ਗੱਲ ਵੀ ਨਹੀਂ ਕਰ ਸਕੀ। ਜਿਹੜੇ ਸੁਖਬੀਰ ਬਾਦਲ ਜਾਂ ਹਰਸਿਮਰਤ ਨੇ ਜਾਂ ਜਿਹੜੇ ਇਹ ਨੇ, ਇਹਨਾਂ ਨੂੰ ਬੜਾ ਲਾਈਟ ਵੇਟ ਔਰ ਬੜਾ ਇਹਨਾਂ ਨੂੰ ਕੀ ਕਹਿੰਦੇ ਆ, ਇਹਨਾਂ ਦੇ ਜਿਹੜੀ ਇੰਟੈਗ੍ਰਿਟੀ ਬੜੀ ਡਾਊਟਫੁਲ ਹੈਗੀ ਹੈ। ਤੇ ਅਸੀਂ ਇਸ ਕਰਕੇ ਇਹ ਦਿਖਾਵਾ ਹੈਗਾ ਵਾ ਜੋ ਸਾਡੀ ਪਾਰਟੀ ਦਾ ਸਟੈਂਡ ਹੈ। ਔਰ ਇੱਕ ਗੱਲ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਵੀ ਚੱਲ ਜਾਏਗੀ ਕਿ ਵੀ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੋਇਆ ਵਾ। ਇਹ ਤਾਂ ਹੁਣ ਮਸਾਂ ਜਿਹਨੂੰ ਕਹੀਏ ਕਿ ਪਿੰਡਾਂ 'ਚ ਵੜਨ ਜੋਗੇ ਹੋਏ ਆ। ਜਿਵੇਂ ਬੀਜੇਪੀ ਦੇ ਵਾਲੇ ਲੋਕਾਂ ਨੂੰ ਤਾਂ ਸੋਸ਼ਲ ਬਾਈਕਾਟ ਵੀ ਹੋ ਰਿਹਾ, ਉਹਨਾਂ ਦਾ ਪੋਲੀਟੀਕਲ ਬਾਈਕਾਟ ਵੀ ਹੋ ਰਿਹਾ ਪੰਜਾਬ ਦੇ ਵਿੱਚ। ਬੀਜੇਪੀ ਦੇ ਜਾਂ ਅਡਵਾਨੀ ਨਾਲ ਹੀ ਬੇਸ਼ੱਕ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ, ਪਰ ਸੁਖਬੀਰ ਬਾਦਲ ਦੇ ਵੱਲੋਂ ਅੱਜ ਵੀ ਇਹ ਗੱਲ ਕਹੀ ਗਈ ਹੈ ਕਿ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਚੱਲਣ। ਤੱਕ ਹੀ ਲੱਗਦਾ ਹੈ ਕਿ ਆਵਾਜ਼ ਤਾਂ ਹਰ ਕੋਈ ਬੁਲੰਦ ਕਰ ਰਿਹਾ ਹੈ, ਤੁਸੀਂ ਵੀ ਆਪਣੇ ਢੰਗ ਦੇ ਨਾਲ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹੋ। ਆਵਾਜ਼ ਇਕੱਠੀ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ? ਦੇਖੋ, ਇੱਕ ਗੱਲ ਸਾਡੀ ਬਿਲਕੁਲ ਕਲੀਅਰ ਹੈ ਕਿ ਅਸੀਂ ਜਿਹੜੇ ਬੰਦੇ ਦਗਾਬਾਜ਼ ਹੋਣ, ਮੱਕਾਰ ਹੋਣ, ਜਿਹੜੇ ਪਿੱਠ 'ਚ ਛੁਰਾ ਮਾਰਨ ਦੀ ਜਿਨ੍ਹਾਂ 'ਚ ਕੈਪੈਸਿਟੀ ਹੋਵੇ, ਉਹਨਾਂ ਨਾਲ ਤਾਂ ਅਸੀਂ ਗੱਲ ਨਹੀਂ ਕਰਦੇ। ਇਹ ਗੱਲ ਬਿਲਕੁਲ ਕਲੀਅਰ ਹੈ ਕਿ ਸਾਨੂੰ ਇਹਨਾਂ ਦੀ ਲੀਡਰਸ਼ਿਪ ਤੇ ਕੋਈ ਭਰੋਸਾ ਨਹੀਂਗਾ, ਸਾਨੂੰ ਇਹਨਾਂ ਦੀ ਲੀਡਰਸ਼ਿਪ ਤੇ ਕੋਈ ਇਤਬਾਰ ਨਹੀਂਗਾ। ਅਸੀਂ ਬਿਲਕੁਲ ਇਹਨਾਂ ਤੋਂ ਜਿਹੜੇ ਹੈਗੇ ਆ ਇਹਨਾਂ ਨੂੰ ਨਾਲ ਲੈ ਕੇ ਨਹੀਂ ਚੱਲਣਾ ਚਾਹੁੰਦੇ। ਪਰ ਜਿਹੜੇ ਉਹ ਵਰਕਰ, ਜਿਹੜੇ ਉਹ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਇਹਨਾਂ ਦੇ ਸਿੰਪੈਥਾਈਜ਼ਰ, ਜਿਹੜੇ ਫਾਰਮਰਸ ਦੇ ਕਾਜ਼ ਲਈ ਸਾਡੇ ਨਾਲ ਜੁੜਨ ਨੂੰ ਤਿਆਰ ਹੈ, ਜਿਹੜੇ ਸਾਨੂੰ ਸਾਰੀ ਸਪੋਰਟ ਦੇਣ ਨੂੰ ਤਿਆਰ ਹੈ, ਉਹ ਵੈਲਕਮ ਵੀ ਹੈਗੇ ਆ। ਇਹਨਾਂ ਦੀ ਤਾਂ ਹੱਲੇ ਜਿਹੜੀ ਇੰਟੈਗ੍ਰਿਟੀ ਇੰਨੀ ਡਾਊਟਫੁਲ ਹੈ। ਮੇਰਾ ਆਪਣਾ ਇਹ ਮੰਨਣਾ ਹੈ ਵੀ ਬਜਾਏ ਇਹਦੇ ਕਿ ਇਹ ਅੱਜ ਐਡਾ ਹੰਕਾਰੀ ਔਰ ਚੰਗੇਜ਼ ਖਾਨ ਔਰ ਨਾਦਰ ਸ਼ਾਹੀ ਜਿਹੜੀ ਹੈਗੇ ਆ ਹੰਕਾਰ ਰੈਲੀਆਂ ਕੱਢਣ ਦੇ ਬਜਾਏ, ਜੇ ਨਿਮਾਣੇ ਸਿੱਖਾਂ ਵਾਂਗ ਜਾ ਕੇ ਪਛਤਾਤਾਪ ਕਰਦੇ, ਆਪਣੇ ਆਪ ਨੂੰ ਜਿਹੜਾ ਵਾ ਇੰਟਰੋਸਪੈਕਸ਼ਨ ਕਰਦੇ ਕਿ ਵੀ ਅਸੀਂ ਕਿੱਥੇ ਗਲਤ ਹੋ ਗਏ ਆ, ਇਹ ਤਾਂ ਆਪਣੇ ਆਪ ਨੂੰ ਇਹ ਜਸਟੀਫਾਈ ਕਰ ਰਹੇ ਹੈਗੇ ਕਿ ਉਹ ਜਿਹੜੀ ਚੀਜ਼ ਮਤਲਬ ਉਸ ਚੀਜ਼ ਨੂੰ ਕੁਰਬਾਨੀ ਦੱਸ ਰਹੀ ਹੈ ਕਿ ਜਿਹੜਾ ਕਿ ਮਜ਼ਾਕ ਬਣ ਕੇ ਰਹਿ ਗਿਆ ਵਾ। ਇਹਨੇ ਕੁਰਬਾਨੀ ਦੀ ਡੈਫੀਨੇਸ਼ਨ ਨੂੰ ਰੀਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹੋ ਜਿਹੀਆਂ ਕੁਰਬਾਨੀਆਂ ਤਾਂ ਮਤਲਬ ਹਾਸੋਹੀਨ ਹੈਗੀਆਂ ਵਾ।
ਬਿਲਕੁਲ ਵੀ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਹਾਲੇ ਇਹਨਾਂ ਨੂੰ ਸਮਰਥਨ ਨਹੀਂ ਮਿਲੇਗਾ। ਇਹ ਠੀਕ ਹੈ ਵੀ ਇਹਨਾਂ ਕੋਲੇ ਜਿਹੜਾ ਵਾ ਅਕੂਤ ਪੈਸਾ ਹੈਗਾ ਵਾ, ਇਹ ਬਿਲਕੁਲ ਗੱਲ ਯਾਦ ਹੈ ਵੀ ਅਕਾਲੀ ਦਲ ਕੋਲੇ ਔਰ ਇਹਨਾਂ ਦੇ ਸਰਪ੍ਰਸਤਾਂ ਕੋਲੇ ਬੜੀ ਧਨ ਦੌਲਤ ਇਕੱਠੀ ਕੀਤੀ ਹੋਈ ਹੈ, ਉਹਨੂੰ ਇਹ ਜ਼ਾਇਆ ਕਰਨ ਦਾ ਰੱਬ ਨੇ ਕੋਈ ਨਜ਼ਰੀਆ ਕੱਢ ਦਿੱਤਾ ਵਾ, ਤਰੀਕਾ ਕੱਢ ਦਿੱਤਾ ਵਾ। ਪੋਲੀਟੀਕਲ ਸਰਮਾਇਆ ਤਾਂ ਇਹਨਾਂ ਦਾ ਜ਼ਾਇਆ ਹੋ ਹੀ ਗਿਆ, ਜਿਹੜੇ ਇਹਨਾਂ ਦੇ ਕੋਲੇ ਉਹ ਜਿਹੜੀ ਇਲ ਕਾਟਨ ਮਨੀ ਹੈਗੀ ਆ ਉਹ ਵੀ ਹੁਣ ਜ਼ਾਇਆ ਹੋਏਗੀ। ਇਹ ਤਾਂ ਰੱਬ ਦੀ ਜਿਹੜੀਆਂ ਮੈਂ ਕਰਨੀ ਹੈਗੀ ਆ, ਆਉਣ ਵਾਲਾ ਸਮਾਂ ਤੁਹਾਨੂੰ ਦੱਸ ਦੇਵੇਗਾ ਔਰ ਤੁਹਾਨੂੰ ਦਿਖ ਜਾਏਗਾ ਕਿ ਇਹਨਾਂ ਨੂੰ ਬਿਲਕੁਲ ਵੀ ਕੋਈ ਪੋਲੀਟੀਕਲ ਸਪੋਰਟ ਥੱਲੇ ਨਹੀਂ ਮਿਲੇਗੀ ਫਰਮ ਫਾਰਮਰਸ। ਜੀ ਤਾਂ ਕਾਂਗਰਸ ਨੇ ਸਾਫ਼ ਕਰ ਦਿੱਤਾ ਹੈ ਕਿ ਅਕਾਲੀ ਦਲ ਦੇ ਨਾਲ ਮਿਲ ਕੇ ਅਸੀਂ ਤਾਂ ਨਹੀਂ ਚੱਲ ਸਕਦੇ, ਵਿਚਾਰਧਾਰਾ ਦੇ ਵਿੱਚ ਫਰਕ ਹੈ, ਸਟੈਂਡ ਅਕਾਲੀ ਦਲ ਦਾ ਸਪਸ਼ਟ ਨਹੀਂ ਸੀ, ਇਸ ਲਈ ਕਾਂਗਰਸ ਨਹੀਂ ਚੱਲੇਗੀ ਨਾਲ। ਸ਼ੁਕਰੀਆ ਰਮਨ ਬਾਲਾ ਜੀ ਨਿਊਜ਼ 18 ਦੇ ਨਾਲ ਗੱਲਬਾਤ ਕਰਨ ਦੇ ਲਈ। ਕੁਲਤਾਰ ਸੰਧਵਾ ਆਮ ਆਦਮੀ ਪਾਰਟੀ ਤੋਂ ਜੁੜੇ ਹੋਏ ਨੇ। ਤਾਂ ਕੁਲਤਾਰ ਸੰਧਵਾ ਜੀ, ਅੱਜ ਮਹਾਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜ਼ੋਰ ਆਜ਼ਮਾਇਸ਼ ਹੋ ਰਹੀ ਹੈ, ਤਿੰਨਾਂ ਤਖਤ ਸਾਹਿਬਾਨਾਂ ਤੋਂ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ ਹੈ। ਦੇਖੋ ਜੀ, ਇਹ ਬਿਲਕੁਲ ਸੁਖਬੀਰ ਸਿੰਘ ਬਾਦਲ ਔਰ ਬਾਦਲ ਐਂਡ ਕੰਪਨੀ ਇਹ ਮੋਦੀ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਏਜੰਟ ਬਣ ਕੇ ਕੰਮ ਕਰ ਰਹੇ ਆ। 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਪੰਜਾਬ ਦੇ ਲੋਕ ਸਮਝਦੇ ਨੇ, ਤੁਸੀਂ 1 ਤਰੀਕ ਦਾ ਕਿਸਾਨ ਯੂਨੀਅਨ ਦੇ ਕਾਲ ਦਿੱਤੀ ਹੋਈ ਆ ਆਪਦੇ ਐਕਸ਼ਨ ਦੀ, ਤੁਸੀਂ ਆਪਦੇ ਉਹਦੇ ਪੈਰਲਲ ਐਕਸ਼ਨ ਨੂੰ ਲੀਕ ਲਿਆ। ਇੱਥੋਂ ਸਿੱਧਾ ਪਤਾ ਲੱਗਦਾ ਵੀ ਇਹ ਨਹੀਂ ਚਾਹੁੰਦੇ ਕਿ ਕਿਸਾਨ ਇਕਜੁੱਟ ਹੋਣ। ਪੰਜਾਬ ਦੇ ਕਿਸਾਨ, ਮਜ਼ਦੂਰ, ਵਪਾਰੀ, ਆੜਤੀਏ, ਤੋਲੇ ਜਿਹੜੇ ਪੰਜਾਬੀ ਹੈ ਉਹ ਇਕਜੁੱਟ ਹੋ ਕੇ ਇਸ ਲੜਾਈ ਨੂੰ ਜਿੱਤਣ। ਇਹ ਲੜਾਈ ਨੂੰ ਟੌਰਪੀਡੋ ਕਰਨ ਵਾਲਾ ਇਹਨਾਂ ਦਾ ਸਿਰਫ ਇੱਕ ਮਤਲਬ ਆਪਦੀ ਅਖਬਾਰਾਂ ਦੇ ਵਿੱਚ ਹਾਜ਼ਰੀ ਲਵਾ ਕੇ ਲੜਾਈ ਨੂੰ ਟੌਰਪੀਡੋ ਕਰਨ ਵਾਲਾ ਇਹਨਾਂ ਦਾ ਇਹ ਕਾਰਨ ਹੈ। ਬਾਕੀ ਇਹ ਜਿਹੜੇ ਬਿੱਲ ਆਏ ਆ ਇਹਨਾਂ ਤੇ ਸਾਈਨ ਕਰਕੇ ਆਏ ਇਹ ਕਮਾਲ ਦੀ ਗੱਲ ਹੈ। ਸਿੱਧਾ ਮਾਫੀ ਮੰਗਣ ਨਾ ਹੁਣ ਮਤਲਬ ਇਹ ਗੱਲਾਂ ਬਹੁਤ ਜ਼ਿਆਦਾ ਲੋਕਾਂ ਨੂੰ ਚੁੱਭਦੀਆਂ ਨੇ, ਇਹ ਪਿੰਚ ਕਰਦੀਆਂ ਨੇ, ਇਹਦੇ ਨਾਲ ਲੋਕਾਂ ਨੂੰ ਮਤਲਬ ਉਤਸ਼ਾਹ ਵੀ ਹੁੰਦੇ, ਪਿੰਚ ਕਰਦੀਆਂ ਨੇ। ਤਾਂ ਕੁਲਤਾਰ ਸੰਧਵਾ ਜੀ, ਕਾਂਗਰਸ ਕਹਿ ਚੁੱਕੀ ਹੈ ਕਿ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਚੱਲਣਾ, ਆਮ ਆਦਮੀ ਪਾਰਟੀ ਕਹਿ ਚੁੱਕੀ ਹੈ ਕਿ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਚੱਲਣਾ, ਪਰ ਬਾਵਜੂਦ ਇਸ ਦੇ ਇਹ ਵੀ ਹਰ ਪਾਰਟੀ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਇਕੱਠੇ ਹੋ ਕੇ ਲੜਾਈ ਲੜੀ ਜਾਵੇ ਤਾਂ ਏਕਤਾ ਦੇ ਵਿੱਚ ਤਾਂ ਪਤਾ ਹੀ ਹੈ ਸ਼ਕਤੀ ਹੁੰਦੀ ਹੈ। ਤਾਂ ਅਕਾਲੀ ਦਲ ਵੀ ਇਹ ਦਾਅਵਾ ਕਰ ਰਿਹਾ ਕਿ ਕਈ ਜਥੇਬੰਦੀਆਂ, ਕਈ ਪਾਰਟੀਆਂ ਸਾਡੇ ਸੰਪਰਕ ਵਿੱਚ ਹੈ, ਤਾਂ ਫਿਰ ਕਿਹੜੀਆਂ ਪਾਰਟੀਆਂ ਨੇ ਉਹ? ਦੇਖੋ ਜੀ, ਇਹ ਤਾਂ ਝੂਠਾਂ ਦੀ ਦੁਕਾਨ ਹੈ। ਬਾਦਲ ਦਲ, ਅਕਾਲੀ ਦਲ ਨਾ ਕਿਹਾ ਕਰੋ ਉਹਨਾਂ ਨੂੰ, ਬਾਦਲ ਦਲ ਹੈ, ਇਹ ਝੂਠ ਦੀ ਦੁਕਾਨ ਹੈ। ਅਸੀਂ ਨਾਲ ਚੱਲਣ ਦੀ ਗੱਲ ਨਹੀਂ ਕੀਤੀ। ਅਗਰ ਪੰਜਾਬ ਨੂੰ ਬਚਾਉਣ ਦਾ ਕੋਈ ਕੰਮ ਕਰਨਗੇ ਤੇ ਅਸੀਂ ਕਿਸੇ ਦੇ ਨਾਲ ਵੀ ਚੱਲ ਸਕਦੇ ਹਾਂ। ਅੱਜ ਅਸੀਂ ਕਿਸਾਨ ਯੂਨੀਅਨ ਦੇ ਨਾਲ ਚੱਲ ਰਹੇ ਹਾਂ, ਪਰ ਜੇ ਇਹਨਾਂ ਦੇ ਨਾਲ ਚੱਲਾਂਗੇ ਨਾ, ਬਾਦਲ ਕਹਿੰਦੇ ਨੇ, ਇਹਨਾਂ ਨੇ ਲਿਜਾ ਕੇ ਫੇਰ ਉਹਦੇ ਨਰਿੰਦਰ ਮੋਦੀ ਹੋਰਾਂ ਦੇ ਪੈਰਾਂ 'ਚ ਬਿਠਾ ਦੇਣਾ, ਵੇਚ ਦੇਣਾ। ਪੰਜਾਬ ਨੂੰ ਪਹਿਲਾਂ ਵੀ ਵੇਚਿਆ ਇਹਨਾਂ ਨੇ, ਸਾਰਾ ਕੁਝ ਇਹਨਾਂ ਦੇ ਹੱਥ 'ਚ ਫੜਾਇਆ ਸੀ, ਯੂਨੀਅਨ ਕੈਬਨਿਟ ਦੇ ਵਿੱਚ ਬਿਠਾਇਆ ਸੀ ਪੰਜਾਬ ਦੇ ਲੋਕਾਂ ਨੇ। ਬੀਬਾ ਹਰਸਿਮਰਤ ਕੌਰ ਬਾਦਲ ਉੱਥੇ ਕੀ ਕਰਕੇ ਆਏ? ਉਹ ਜਦੋਂ ਬਿੱਲ ਪਾਸ ਹੋ ਗਏ ਉਸ ਤੋਂ ਬਾਅਦ ਅਸਤੀਫਾ ਦਿੱਤਾ ਨਾ, ਉਸ ਤੋਂ ਪਹਿਲਾਂ ਤਾਂ ਵਕਾਲਤ ਕਰਦਾ ਰਿਹਾ ਇਹਨਾਂ ਦਾ ਸਾਰਾ ਪਰਿਵਾਰ। ਹੁਣ ਦੇਖੋ, ਧਾਰਮਿਕ ਜਿਹੜੇ ਸਿੰਬਲਸ ਨੇ ਸਾਡੀ ਅਥਾਰਟੀ ਦੇ, ਸਾਡੇ ਉਹਨੂੰ ਤੁਸੀਂ ਮਤਲਬ ਪੋਲੀਟੀਕਲ ਮੋਟਿਵ ਵਾਸਤੇ ਯੂਜ਼ ਕਰ ਰਹੇ ਹੋ, ਤੁਸੀਂ ਤਖਤਾਂ ਨੂੰ ਮਿਸਯੂਜ਼ ਕਰ ਰਹੇ ਹੋ। ਕਮਾਲ ਦੀ ਗੱਲ ਹੈ। ਇਹ ਲੜਾਈ ਇਕੱਲੇ ਸਿੱਖਾਂ ਦੀ ਥੋੜੀ ਹੈ, ਇਹ ਤਾਂ ਸਾਰੇ ਪੰਜਾਬੀਆਂ ਦੀ ਲੜਾਈ ਹੈ। ਤੁਸੀਂ ਇਹਨੂੰ ਪੰਜਾਬੀਆਂ ਦੀ ਲੜਾਈ ਬਣਾ ਕੇ ਚੱਲੋ। ਪਹਿਲਾਂ ਇਹ ਸਿੱਖਾਂ ਨੂੰ ਛੱਡ ਗਏ ਸੀ, ਪਹਿਲਾਂ ਪੰਜਾਬੀ ਪਾਰਟੀ ਬਣ ਗਏ ਸੀ, ਹੁਣ ਸਿੱਖਾਂ ਦੀ ਪਾਰਟੀ ਬਣਦੇ ਫਿਰਦੇ। ਮਤਲਬ ਇਹਨਾਂ ਨੂੰ ਆਦਾ ਸਟੈਂਡ ਸਪੈਸ਼ ਕਰੋ ਵੀ ਤੁਸੀਂ ਹੈ ਕੀ ਚਾਹੁੰਦੇ ਹੋ। ਤੁਸੀਂ ਇਕੱਲੇ ਆਪਦੇ ਉਹ PTC ਚਲਾਉਣਾ ਜਾਂ ਆਪਣੀ ਔਰਬਿਟ ਬੱਸ ਚਲਾਉਣੀ ਹੈ, ਜਾਂ ਕਿਸਾਨਾਂ ਦਾ ਵੀ ਕੋਈ ਹੱਲ ਕਰਨਾ ਹੈ, ਮਤਲਬ ਜਾਂ ਹੋਟਲ ਚਲਾਉਣੇ, ਔਰਬਿਟ ਰਿਜ਼ੋਰਟ ਚਲਾਉਣੇ ਆ। ਕੋਈ ਦੱਸੋ ਕਿ ਤੁਸੀਂ ਬਿਜ਼ਨਸਮੈਨ ਹੋ, ਕਿਸਾਨ ਹੋ, ਕੀ ਹੋ ਤੁਸੀਂ, ਕਿਹਦੇ ਲਈ ਲੜਾਈ ਲੜਦੇ ਹੋ? ਇਹ ਲੋਕਾਂ ਨੂੰ ਕਲੀਅਰ ਤਾਂ ਹੋਣਾ ਚਾਹੀਦਾ ਨਾ ਜੀ। ਇਹ ਤਾਂ ਕਿਸੇ ਦਾ ਇੱਕ ਸਿੱਖਾਂ ਨੂੰ ਮਾਰਿਆ ਇਹਨਾਂ ਨੇ, ਸੜਕਾਂ ਤੇ ਖੜੇ ਕਰਕੇ ਅੱਤਵਾਦੀ ਦੱਸਿਆ, ISI ਨਾਲ ਸਾਨੂੰ ਜੋੜਿਆ ਇਹਨਾਂ ਨੇ ਹੈ ਜੀ। ਅੱਜ ਇਹ ਮਤਲਬ ਸਿੱਖ ਜਿਹੜੀ ਅਥਾਰਟੀ ਜਿਹੜੀਆਂ ਸੀਟਾਂ ਨੇ ਸਾਡੀ, ਟੈਂਪੋਰਲ ਹਾਈਐਸਟ ਸੀਟ ਹੈ ਜਿਹੜੀ ਸਾਡੀ, ਗੁਲਤਾਰ ਸੰਧਵਾ ਜੀ, ਕੀ ਲੱਗਦਾ ਹੈ ਕਿ ਇਸ ਕਿਸਾਨ ਅੰਦੋਲਨ ਦੇ ਬਹਾਨੇ 2022 ਤੇ ਵੀ ਜਿਹੜੇ ਨਿਸ਼ਾਨੇ ਨੇ ਅਕਾਲੀ ਦਲ ਦੇ, ਕਿਉਂਕਿ ਹੁਣ ਇਕੱਲੇ 117 ਸੀਟਾਂ ਲੜਦੀਆਂ ਨੇ, ਚੁਣੌਤੀ ਵੱਡੀ ਹੈ, ਤਾਂ ਕੀ ਲੱਗਦਾ ਹੈ ਕਿ ਇਹਨਾਂ ਰੈਲੀਆਂ ਦੇ ਜ਼ਰੀਏ ਹੁਣ 2022 ਦੀ ਸਿਆਸੀ ਜ਼ਮੀਨ ਤਰਾਸ਼ਣ ਦੀ ਵੀ ਕੋਸ਼ਿਸ਼ ਹੈ? ਦੇਖੋ ਜੀ, ਇਹਨਾਂ ਨੇ 78 ਦੇ ਕਾਰਡ ਚੋਂ ਸਿਆਸੀ ਜ਼ਮੀਨ ਲੱਭਣ ਦੀ ਕੋਸ਼ਿਸ਼, ਵੋਟਾਂ ਲੱਭਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ SYL ਦੇ ਵਿੱਚ ਖੂਨ ਵਗਿਆ, ਪਾਣੀ ਦਾ ਵਗਿਆ ਨਹੀਂ, ਉਹਦੇ ਵਿੱਚੋਂ ਆਪਦੀ ਮਤਲਬ ਵੋਟਾਂ ਕੱਢਣ ਦੀ ਕੋਸ਼ਿਸ਼ ਕੀਤੀ। ਇਹਦੇ ਵਿੱਚੋਂ ਵੀ ਇਹ ਵੋਟਾਂ ਹੀ ਕੱਢਦੇ ਆ। ਜੇ ਕਿਤੇ ਵੋਟਾਂ ਵਾਲੀ ਗੱਲ ਨਾ ਹੁੰਦੀ ਤੇ ਇਹਨਾਂ ਨੇ ਹਜੇ ਨਾਲ ਹੀ ਬੈਠੇ ਹੋਣਾ ਸੀ ਉੱਥੇ ਦਿੱਲੀ ਕੈਬਨਿਟ ਦੇ ਵਿੱਚ, ਔਰ ਜਿੰਦਾਬਾਦ ਦੇ ਨਾਅਰੇ ਲਾਈ ਜਾਣਾ ਸੀ ਅੰਬਾਨੀ ਅਟਾਨੀ ਦੇ। ਆ ਦੇਖੀਏ ਨਹੀਂ ਫੋਟੋਆਂ ਤੁਸੀਂ? ਇਹ ਤਾਂ ਕੋਟ ਪਾ ਕੇ ਨਾਲ ਬੈਠੇ, ਉਹਦੇ ਟਾਈ ਲਾ ਕੇ ਅੰਬਾਨੀ ਦੇ ਨਾਲ ਜੱਫੀ ਪਾਈ ਹੋਈ ਹੈ। ਮਤਲਬ ਇਹ ਲੋਕ ਇਹ ਤਾਂ ਲੈ ਕੇ ਆਏ ਨੇ, ਇਹ ਸਿੰਬਲ ਨੇ ਉਸ ਕਾਰਪੋਰੇਟਾਈਜੇਸ਼ਨ ਦੇ। ਇਹ ਬੜੇ ਵੱਡੇ ਕਾਰਪੋਰੇਟ ਨੇ ਆਪ ਇਹ ਔਰ ਕੈਪਟਨ ਅਮਰਿੰਦਰ ਸਿੰਘ,
these people are themselves the corporates। तो अंबानी अडानी ਨੂੰ ਤਾਂ ਲੈ ਕੇ ਆਏ ਇਹਨਾਂ ਨੂੰ ਅੱਜ ਚਾਹੀਦਾ ਸੀ, ਅੱਜ ਲੋਕਾਂ ਨੂੰ ਮੈਸੇਜ ਦਿੰਦੇ ਆ ਆਪਦੇ ਵਰਕਰਾਂ ਨੂੰ ਸਾਰਿਆਂ ਨੂੰ ਵੀ ਬਦਲ ਦਿਓ ਵੀ ਸਿਮ ਕਾਰਡ ਦੇ ਰਿਲਾਇੰਸ ਦੇ ਪੈਟਰੋਲ ਪੰਪ ਬੰਦ ਕਰਾ ਦਿਓ ਇਹਨਾਂ ਦੇ ਜਿਹੜੇ ਰਿਲਾਇੰਸ ਦੇ ਹੈ। ਸੋ ਕਾਲ ਦਾ ਜਿਹੜੀ ਕਿਸਾਨ ਯੂਨੀਅਨ ਨੇ ਦਿੱਤੀ ਉਹਦੇ ਨਾਲ ਇਹਨਾਂ ਨੂੰ ਚੱਲਣਾ ਚਾਹੀਦਾ ਸੀ। ਇਹਨਾਂ ਨੇ ਆਪਦਾ ਪੈਰਲਲ ਪ੍ਰੋਗਰਾਮ ਬਣਾ ਲਿਆ ਵੀ ਟੌਰਪੀਡੋ ਕਰ ਦਿਓ, ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ, ਪਰ ਕਮਜ਼ੋਰ ਨਹੀਂ ਹੋਏਗਾ। ਇਹ ਜਿਹੜਾ ਪੰਜਾਬ ਦਾ ਪੰਜਾਬੀਆਂ ਦਾ ਸੰਘਰਸ਼ ਹੈ ਨਾ, ਇਕੱਲੇ ਕਿਸਾਨਾਂ ਦਾ ਸੰਘਰਸ਼ ਨਹੀਂ, ਮਜ਼ਦੂਰ ਵੀ ਨਾਲ ਨੇ, ਉਹਨਾਂ ਦੇ ਆੜ੍ਹਤੀ ਵੀ ਨਾਲ ਨੇ, ਟੋਲੇ ਵੀ ਨਾਲ ਨੇ, ਦਸਾਂ ਦੀ ਕਿਰਤ ਕਰਨ ਵਾਲੇ ਰੇਹੜੀ ਵਾਲੇ ਵੀ ਨਾਲ ਨੇ, ਟਰੱਕ ਡਰਾਈਵਰ ਵੀ ਨਾਲ ਨੇ। ਜੀ ਗੁਰਦਾਸ ਸੰਧਵਾਂ ਜੀ, ਨਿਊਜ਼ 18 ਪੰਜਾਬ ਦੇ ਨਾਲ ਗੱਲਬਾਤ ਕਰਨ ਦੇ ਲਈ ਸ਼ੁਕਰੀਆ। ਤਾਂ ਸਿੱਧੇ ਤੌਰ ਤੇ ਅਕਾਲੀ ਦਲ ਬੇਸ਼ੱਕ ਅੱਜ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਹੈ ਤੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਵਿਰੋਧੀਆਂ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਅਕਾਲੀ ਦਲ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਅਕਾਲੀ ਦਲ ਹੁਣ ਪੰਜਾਬ ਦੇ ਵਿੱਚ ਆਪਣੀ ਨਾ ਤਾਂ ਉਹ ਜਗ੍ਹਾ ਬਣਾ ਸਕਦਾ ਤੇ ਨਾ ਹੀ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਅਕਾਲੀ ਦਲ ਦੁਬਾਰਾ ਆਪਣੀ ਥਾਂ ਬਣਾ ਸਕਦਾ ਹੈ। ਤਾਂ ਅਕਾਲੀ ਦਲ ਦੇ ਵੱਲੋਂ ਅੱਜ ਤਿੰਨਾਂ ਤਖਤ ਸਾਹਿਬਾਨਾਂ ਤੋਂ ਸ਼ੁਰੂਆਤ ਕੀਤੀ ਗਈ ਹੈ। ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਇੱਕੋ ਨਾਰਾ ਦਿੱਤਾ ਜਾ ਰਿਹਾ ਹੈ ਕਿ ਇੱਕੋ ਨਾਰਾ ਕਿਸਾਨ ਪਿਆਰਾ। ਹਰੇ ਝੰਡੇ ਵੀ ਲਗਾਏ ਗਏ ਨੇ ਅਕਾਲੀ ਦਲ ਦੇ ਵੱਲੋਂ, ਆਪਣੇ ਝੰਡਿਆਂ ਦੇ ਨਾਲ ਨਾਲ ਹਰੇ ਰੰਗ ਦੇ ਮਾਸਕ ਪਾਏ ਗਏ ਨੇ। ਤਾਂ ਮਾਝੇ ਦੀ ਧਰਤੀ ਤੋਂ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਇਹ ਪ੍ਰਦਰਸ਼ਨ ਚੱਲ ਰਿਹਾ ਹੈ, ਜਿਹੜਾ ਪਹੁੰਚ ਚੁੱਕਾ ਹੈ ਜੰਡਿਆਲੇ ਤੋਂ ਵੀ ਅੱਗੇ, ਜਦਕਿ ਦੂਜੇ ਪਾਸੇ ਤਲਵੰਡੀ ਸਾਬੋ ਤੋਂ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਰੋਸ ਮਾਰਚ ਹੋ ਰਿਹਾ ਹੈ। ਤੇ ਕੁਝ ਹੀ ਪਲਾਂ ਦੇ ਵਿੱਚ ਕਾਫਿਲਾ ਆਨੰਦਪੁਰ ਸਾਹਿਬ ਤੋਂ ਵੀ ਸ਼ੁਰੂ ਹੋ ਜਾਵੇਗਾ, ਡਾਕਟਰ ਦਿਲਜੀਤ ਚੀਮਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਦੇ ਵਿੱਚ, ਤੇ ਉਸ ਤੋਂ ਬਾਅਦ ਚੰਡੀਗੜ੍ਹ ਨੂੰ ਘੇਰਾ ਪਾਇਆ ਜਾਵੇਗਾ। ਦੋ ਪਾਸੇ ਤੋਂ ਤਲਵੰਡੀ ਸਾਬੋ ਤੋਂ ਜੋ ਹਰਸਿਮਰਤ ਕੌਰ ਬਾਦਲ ਦਾ ਕਾਫਿਲਾ ਹੈ ਉਹ ਜ਼ੀਰਕਪੁਰ ਵਾਲੇ ਪਾਸਿਓਂ ਚੰਡੀਗੜ੍ਹ 'ਚ ਐਂਟਰੀ ਕਰੇਗਾ ਤੇ ਦੂਜੇ ਪਾਸੇ ਜੋ ਸੁਖਬੀਰ ਬਾਦਲ ਦਾ ਕਾਫਿਲਾ ਹੈ ਉਹ ਪੀਜੀਆਈ ਵਾਲੇ ਪਾਸਿਓਂ ਚੰਡੀਗੜ੍ਹ ਦੇ ਵਿੱਚ ਦਾਖਲ ਹੋਵੇਗਾ ਤੇ ਉਸ ਤੋਂ ਬਾਅਦ ਗਵਰਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। पंजाब की सरकार इसको लागू कर चुकी है, तो उनको तो पहले असेंबली में ऑर्डिनेंस ला करके ख़त्म करेंगे या असेंबली में ला करके पारित कराएंगे, ये तो स्पष्ट कर दें। और जिस दिन ये स्पष्ट करने का निर्णय करें, स्पष्ट करें और ये निर्णय करें, उस दिन देश के सामने इसको भी स्पष्ट करें कि क्यों कर लागू किया था और आज क्यों कर हटाया। जिस दिन लागू किया था उस दिन आपने कहा था ये किसान के हित में बिल है, आज जिस दिन लागू किया उसके बाद में कांग्रेस ने अपने घोषणा पत्र में लिखा था, आज अगर ये किसान विरोधी है तो फिर आपने अपने घोषणा पत्र में क्यों लिखा था। देश के 130 करोड़ लोग इस बात पर जरूर प्रश्न खड़ा करेंगे। इस बात का चिंतन सोनिया गांधी जी को भी करना चाहिए और उनके दूसरे नेताओं को भी करना चाहिए। जहां तक रेल रोकने का विषय, किसानों को भड़का करके उनके बीच में भ्रम फैला करके एमएसपी का, जिसका इस विषय से कोई लेना देना नहीं है, उस विषय को बीच साथ में जोड़ करके, जिस तरह से सीएए के साथ में एनआरसी को जोड़ा गया था वैसे जोड़ करके जो लोगों को उकसाना और सरकार के संरक्षण में आंदोलन चलाना, इसका स्पष्ट नज़ीर कहीं देखनी है तो पंजाब में आज जाकर के देखनी चाहिए कि सरकार आंदोलनकारियों को उकसा भी रही है, भड़का भी रही है और उनको संरक्षण भी दे रही है। में से कोई भी हितैषी नहीं है, क्योंकि आपने देखा होगा कि जहां पर भी विरोध हो रहा है सिर्फ एक भड़काऊ बयान के अलावा कहीं भी नहीं है। बिल में क्या लिखा है उसके ऊपर कोई चर्चा नहीं कर रहा। चाहे तो हम ये खेती सुधार बिल की बात करें तीनों की, तो इसमें किसान को पूर्ण संपूर्ण आज़ादी दी गई है। किसान अपनी इच्छा से कहाँ फसल बेचना चाहता है उसकी वो बेच सकता है, जरूरी नहीं कि वो मंडी में जाके दे। अगर मंडी के बाहर उसको ज़्यादा पैसा मिलता है तो वो बेच सकता है। 8.5% तक उसको जो मंडी में टैक्स देना पड़ते हैं उससे बच सकता है। किसान चाहे तो मैंने मंडी में ही बेचनी है, अपने वो पुराने सिस्टम में बेचनी है तो वही बेच सकता है। तो इसमें किसान का नुकसान कहाँ है? किसान के तो हित में है कि किसान को अगर कोई बाहर ज़्यादा पैसा दे रहा है तो वो बाहर बेच सकता है।
देश की भी ताकत है कि सूबे की सरकार का रोल भी मैं ਤੁਹਾਡੇ सामने रखना चाहूंगी। आज श्रोमणी अकाली दल ਨੂੰ पंजाब की किसानी को कमजोर करने वास्ते कितने बड़ी साजिशा रचना जा रही ने, इन्होंने कुछ चीज़ों में ਤੁਹਾਡੇ सामने जरूर रखनी चाहूंगी। ਸਾਡੇ ਬੱਚਿਆਂ ਦੇ ਤੁਹਾਡੇ ਕੋਲ ਹੋਣ ਦੀ ਗੱਲ है कि एक लड़ाई में जैसी एकजुट हो जाइए। अभी तो बोल दी भी ਤੋਂ ਅਕਾਲੀ ਦਲ ਦੇ ਵੱਲੋਂ ਅੱਜ ਆਪਣਾ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਾਲਾਂਕਿ ਅਨੰਦਪੁਰ ਸਾਹਿਬ ਤੋਂ ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਿਲਜੀਤ ਚੀਮਾ ਦੀ ਅਗਵਾਈ ਦੇ ਵਿੱਚ ਰੋਸ ਮਾਰਚ ਸ਼ੁਰੂ ਹੋਵੇਗਾ, ਪਰ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਮਾਝੇ ਦੀ ਧਰਤੀ ਤੋਂ ਰੋਸ ਮਾਰਚ ਸ਼ੁਰੂ ਹੋ ਚੁੱਕਾ ਹੈ ਤੇ ਜੰਡਿਆਲਾ ਪਾਰ ਕਰ ਦਿੱਤਾ ਹੈ, ਜਦਕਿ ਦੂਜੇ ਪਾਸੇ ਦਮਦਮਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਤਲਵੰਡੀ ਸਾਬੋ ਦੀ ਧਰਤੀ ਤੋਂ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਵੱਖ-ਵੱਖ ਥਾਵਾਂ ਤੋਂ ਹੋਰ ਵੀ ਜਿਹੜੇ ਵਰਕਰ ਨੇ, ਆਗੂ ਨੇ, ਉਹ ਜੁੜਦੇ ਜਾਣਗੇ ਤੇ ਕਾਫਿਲਾ ਹੋਰ ਵੱਡਾ ਹੁੰਦਾ ਜਾਵੇਗਾ। ਦੋ ਪਾਸਿਆਂ ਤੋਂ ਚੰਡੀਗੜ੍ਹ ਨੂੰ ਘੇਰਾ ਪਾਇਆ ਜਾਵੇਗਾ। ਹਰਸਿਮਰਤ ਕੌਰ ਬਾਦਲ ਦਾ ਕਾਫਿਲਾ ਜ਼ਰਕਪੁਰ ਵਾਲੇ ਪਾਸਿਓਂ ਚੰਡੀਗੜ੍ਹ ਦੇ ਵਿੱਚ ਐਂਟਰ ਹੋਵੇਗਾ, ਜਦਕਿ ਸੁਖਬੀਰ ਸਿੰਘ ਬਾਦਲ ਦਾ ਕਾਫਿਲਾ ਪੀਜੀਆਈ ਵਾਲੇ ਪਾਸਿਓਂ ਚੰਡੀਗੜ੍ਹ ਦੇ ਵਿੱਚ ਦਾਖਲ ਹੋਵੇਗਾ ਤੇ ਉਸ ਤੋਂ ਬਾਅਦ ਇੱਕ ਮੰਗ ਪੱਤਰ ਗਵਰਨਰ ਦੇ ਨਾਮ ਸੌਂਪਿਆ ਜਾਵੇਗਾ, ਜਿਸ ਵਿੱਚ ਸੰਸਦ ਦਾ ਇਜਲਾਸ ਦੁਬਾਰਾ ਬੁਲਾਉਣ ਦੀ ਮੰਗ ਅਕਾਲੀ ਦਲ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਅੱਜ ਤਾਂ ਚੰਡੀਗੜ੍ਹ ਨੂੰ ਘੇਰਾ ਪਾਇਆ ਜਾਵੇਗਾ, ਆਉਣ ਵਾਲੇ ਦਿਨਾਂ ਦੇ ਵਿੱਚ ਕੂਚ ਦਿੱਲੀ ਵੱਲ ਨੂੰ ਵੀ ਕਰ ਦਿੱਤਾ ਜਾਵੇਗਾ। ਹਾਲਾਂਕਿ ਸਮੇਂ ਦੀ ਕਮੀ ਹੋਣ ਦੇ ਕਾਰਨ ਅੱਜ ਜੋ ਮੋਹਾਲੀ ਦੇ ਵਿੱਚ ਇਕੱਠ ਕੀਤਾ ਜਾਣਾ ਸੀ ਅਕਾਲੀ ਦਲ ਦੇ ਵੱਲੋਂ ਪਹਿਲਾਂ ਉਹ ਕੈਂਸਲ ਕਰ ਦਿੱਤਾ ਗਿਆ ਹੈ। ਹੁਣ ਸਿੱਧੇ ਚੰਡੀਗੜ੍ਹ ਦੇ ਵਿੱਚ ਪਹੁੰਚਣ ਤੋਂ ਬਾਅਦ ਗਵਰਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਦੇਖੋ, ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਇਹ ਸ਼ੋਰ ਸ਼ਰਾਬਾ ਕਿਉਂ ਹੈ। ਇਹ ਸੜਕਾਂ ਤੇ ਯੂਨੀਅਨਾਂ ਕਿਸਾਨਾਂ ਨੂੰ ਇੱਕ ਮੈਂ ਤਾਂ ਕਹਿੰਦਾ ਬਰਮਿਤ ਕੀਤਾ ਜਾ ਰਿਹਾ ਹੈ। ਕਾਨੂੰਨ ਜਿਹੜਾ ਹੈ ਸਾਹਮਣੇ ਪਿਆ ਹੈ, आता नहीं कानून को अंधेरे च पे हर एक को कापी है, व्हाट्सएप पे है, मोबाइल पे है, बंदा पढ़ सकता है, दे सकता है। मेरी प्रार्थना पहले तो गल है हरेक इंसान नू कि इस कानून नू बारीकी नाल पढ़ लिता जाए और पढ़ के उन्हें समझ लिता जाए। जे उहदे विच कोई कमी है तो वह कमी जिवें मीडिया दे विच है वो लिख के किसी तरह भी बंदा आपदी दस सकता है। मैनू नहीं लगता कि मैं खुद किसान हाँ, निरोल किसान हाँ और मैनू ये जिम्मेवारी दी है और मैं तुहाडे राही प्रार्थना करदा, अपील करदा तुहाडे राही किसानां नू भी और सारे जिन्हों भी इहदे बारे शंका है, जिन्ने भी यूनियनां दे प्रधान ने, आओ आपां बैठदे हां, आपां गल करदे हां। भारतीय जनता पार्टी और श्रोमणी अकाली दल का बड़ा पवित्र खून मास के रिश्ते वाला एक जिन्हों सेक्रेड अलायंस कहा जा सकता है वो सी। और हमेशा ही भारतीय जनता पार्टी ने श्रोमणी अकाली दल को बहुत सम्मान दिता। सरदार प्रकाश सिंह जी बादल सब तो सम्माननीय नेता एनडीए के सीगे। मैनू समझ नहीं आई कि ये राजनीतिक मौका प्रस्ती की जो ऑर्डीनेंस ये कैबिनेट आए उदों बीबी हरसिमरत कौर बादल जी वो भैन जी उत्थे बैठे सी एज मिनिस्टर, उदों अस्तीफा क्यों नहीं दिता। उस तो बाद 2 महीने ਇਹਦਾ ਸਮਰਥਨ ਕਰਦੇ ਰਹੇ, ਉਦੋਂ ਅਸਤੀਫਾ ਕਿਉਂ ਨਹੀਂ ਦਿੱਤਾ। ਸੋ ਓਵਰਨਾਈਟ ਹੀ ਟਰਨ ਕਰਨ ਲਈ ਯੂ ਟਰਨ ਲੈ ਲਿਆ। ਇੱਥੋਂ ਲੱਗਦਾ ਹੈ ਕਿ ਰਾਜਨੀਤਿਕ ਮੌਕਾ ਪ੍ਰਸਤੀ ਜਿਹੜਾ ਐਕਟ ਬਣਿਆ ਹੈ ਇਹਨੂੰ ਪੂਰੀ ਤਰ੍ਹਾਂ ਸਮਝੋ। ਇਹਦੇ ਵਿੱਚ ਨਾ ਤਾਂ ਮਾਰਕੀਟ ਕਮੇਟੀਆਂ ਸਿਸਟਮ ਜਿਹੜਾ ਕੋ ਖਤਮ ਕੀਤਾ ਗਿਆ, ਪ੍ਰੋਕਿਉਰਮੈਂਟ ਵੀ ਜਾਰੀ ਰਹੇਗੀ, ਇਸੇ ਤਰ੍ਹਾਂ ਐਮਐਸਪੀ ਹੈ ਉਹ ਵੀ ਜਾਰੀ ਰਹੇਗੀ। ਹੁਣ ਕੀ ਹੈਗਾ ਕਿ ਜਿਹੜੀ ਪੈਡੀ ਦੀ ਪ੍ਰੋਕਿਉਰਮੈਂਟ ਹੈ ਉਹ ਸ਼ੁਰੂ ਹੋ ਚੁੱਕੀ ਹੈ। ਫਿਰ ਹੈਗਾ ਕਿ ਤੁਹਾਨੂੰ ਜਿਹੜੀ ਇੱਕ ਅਲਟਰਨੇਟਿਵ ਜਿਹੜਾ ਹੈਗਾ ਇੱਕ ਆਪਾਂ ਕਹੀਏ ਕਿ ਵੀ ਇਨਕਮ ਦਾ ਇੱਕ ਸਰੋਤ ਦਿੱਤਾ ਕਿ ਵੀ ਤੁਸੀਂ ਇੱਥੇ ਵੀ ਵੇਚ ਸਕਦੇ ਹੋ, ਇੱਥੇ ਵੀ ਵੇਚ ਸਕਦੇ ਹੋ। ਤੁਸੀਂ ਨਹੀਂ ਵੇਚਣਾ, ਜੇ ਤੁਸੀਂ ਕਹਿੰਦੇ ਹੋ ਕਿ ਵੀ ਕਾਰਪੋਰੇਟ ਘਰਾਣਿਆਂ ਨੂੰ ਨਹੀਂ ਵੇਚਣਾ ਚਾਹੁੰਦੇ, ਬਿਲਕੁਲ ਨਾ ਵੇਚੋ। ਮੈਂ ਕਹਿੰਦਾ ਉਹ ਵਿਹਲੇ ਰਹਿਣ, ਤੁਸੀਂ ਆਪਣੀ ਮਾਰਕੀਟ ਕਮੇਟੀ 'ਚ ਵੇਚੋ। ਗੱਲ ਕਾਹਦੀ ਉਹਦੇ 'ਚ, ਇਹਦੇ 'ਚ ਕੋਈ ਦਿੱਕਤ ਨਹੀਂ ਹੈ ਕਿਸੇ ਨੂੰ। ਕਿ ਸਾਡੇ ਭਾਈਵਾਲ ਸਾਡੀ ਪਾਰਟੀ ਰਾਸ਼ਟਰੀ ਜਨਤਾਂਤਰਿਕ ਗਠਬੰਧਨ ਦਾ ਹਿੱਸਾ ਰਹੇ ਭੈਣ ਜੀ ਹਰਸਿਮਰਤ ਕੌਰ ਬਾਦਲ, जिस कैबिनेट च निर्णय आया उस कैबिनेट च वो हाजिर सन, उन्होंने समर्थन में निर्णय आया। उन्होंने संशय उत्पन्न किए सुखबीर बादल जी ने, उन्होंने कहा कृषि मंत्री लिख के देन, असं उन्होंने रिटर्न लैटर लिख के दिता जिस क्या ना एमएसपी हटेगी ना मंडी हटेगी। जो सरदार प्रकाश सिंह बादल जी ने तारीफ की, सचमुच है जो बिल है किसानों वास्ते अमृत है। ये
ਕਿਸਾਨਾਂ ਵਾਸਤੇ ਗੇਮ ਚੇਂਜਰ ਹੈ। ਇਹਨਾਂ ਬਿੱਲਾਂ ਰਾਹੀਂ ਅਸੀਂ ਕਿਸਾਨਾਂ ਦੀ ਜ਼ਿੰਦਗੀ ਵਿੱਚ ਪਰਿਵਰਤਨ ਲਿਆ ਰਹੇ ਹਾਂ। ਠੀਕ ਹੈ, ਉਹਨਾਂ ਨੇ ਕੱਲ ਰਾਤ ਫੈਸਲਾ ਕੀਤਾ, ਉਹਨਾਂ ਦੀ ਇੱਛਾ ਹੈ, ਲੇਕਿਨ ਸਾਡਾ ਫੈਸਲਾ ਅਡਿੱਗ ਹੈ। ਸਰਦਾਰ ਗੁਰਸੇਵਕ ਸਿੰਘ ਜੀਮਾ ਜੀ ਵੱਲੋਂ ਹਲਕਾ ਰਾਜਾ ਸਾਂਸੀ ਦੇ ਵੱਲੋਂ ਇਹਦੇ ਪਾਸ ਹੈ ਇਹਨਾਂ ਕੋਲ ਵੱਲੋਂ ਇਹ ਸਵਾਗਤ ਜਿਹੜਾ ਰੱਖਿਆ ਗਿਆ ਹੈ। ਤਾਂ ਖੇਤੀ ਕਾਨੂੰਨਾਂ ਤੇ ਲੜਾਈ लगातार ਵਧਦੀ ਹੋਈ ਨਜ਼ਰ ਆ ਰਹੀ ਹੈ। ਆਰ-ਪਾਰ ਦੀ ਲੜਾਈ ਦੇ ਮੂਡ ਦੇ ਵਿੱਚ ਕਿਸਾਨ ਨੇ ਤਾਂ ਦੱਸ ਦਈਏ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਮੈਰਾਥਨ ਅੰਦੋਲਨ ਸ਼ੁਰੂ ਕੀਤਾ ਜਾਣਾ ਹੈ। ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 31 ਤਰੀਕ ਤੋਂ ਬਾਅਦ ਯਾਨੀ ਕਿ 1 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ ਅੱਜ ਹੀ ਅਕਾਲੀ ਦਲ ਦੇ ਵੱਲੋਂ ਵੀ ਵੱਡੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਜਿਸ ਵੇਲੇ ਪੰਜਾਬ ਬੰਦ ਦਾ ਐਲਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ 25 ਸਤੰਬਰ ਨੂੰ, ਤੇ ਉਸ ਦਿਨ ਵੀ ਅਕਾਲੀ ਦਲ ਦੇ ਵੱਲੋਂ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਤਾਂ ਕਿਤੇ ਕਿਤੇ ਕਿਸਾਨਾਂ ਦੇ ਨਾਲ ਚੱਲਣ ਦੇ ਜੋ ਦਾਅਵੇ ਅਕਾਲੀ ਦਲ ਕਰ ਰਿਹਾ ਹੈ, ਉਹ ਕਿਤੇ ਕਿਸਾਨਾਂ ਨੂੰ ਕਹਿ ਸਕਦੇ ਹਾਂ ਕਿ ਕਵਰ ਕਰਨ ਦੀ ਕੋਸ਼ਿਸ਼ ਵੀ ਇਸ ਸਭ ਦੇ ਵਿਚਾਲੇ ਹੋ ਰਹੀ ਹੈ, ਕਿਉਂਕਿ ਕਿਸਾਨ ਅੱਜ ਆਪਣਾ ਅੰਦੋਲਨ ਸ਼ੁਰੂ ਕਰਕੇ ਬੈਠੇ ਨੇ। ਪਰ ਅਕਾਲੀ ਦਲ ਦੇ ਵੱਲੋਂ 3 ਤਖਤ ਸਾਹਿਬਾਨਾਂ ਤੋਂ ਜੋ ਰੋਸ ਮਾਰਚ ਸ਼ੁਰੂ ਕਰ ਲਿਆ ਗਿਆ ਹੈ, ਬੇਸ਼ੱਕ ਅਕਾਲੀ ਦਲ ਦਾਅਵੇ ਕਰ ਰਿਹਾ ਹੈ, ਕਿਉਂਕਿ ਅੱਜ ਅਕਾਲੀ ਦਲ ਦੇ ਝੰਡਿਆਂ ਦੇ ਨਾਲ ਹਰੇ ਝੰਡੇ ਵੀ ਨਜ਼ਰ ਆ ਰਹੇ ਨੇ। ਅਕਾਲੀ ਦਲ ਦੇ ਵਰਕਰਾਂ ਦੇ ਪ੍ਰਧਾਨ ਦੇ ਮੂੰਹ ਤੇ ਜੋ ਮਾਸਕ ਲਗਾਏ ਗਏ ਨੇ ਉਹ ਵੀ ਹਰੇ ਰੰਗ ਦੇ ਨੇ, ਯਾਨੀ ਕਿ ਸਿੱਧੇ ਤੌਰ ਤੇ ਕਿਸਾਨੀ ਦਾ ਰੰਗ ਅੱਜ ਆਪਣੇ ਨਾਲ ਲੈ ਕੇ ਅਕਾਲੀ ਦਲ ਚੱਲਣ ਦੀ ਗੱਲ ਕਰ ਰਿਹਾ ਹੈ। ਪਰ ਇਸ ਸਭ ਦੇ ਵਿਚਾਲੇ ਕਿਸਾਨ ਨਜ਼ਰ ਨਹੀਂ ਆ ਰਹੇ, ਕਿਉਂਕਿ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸਿਆਸਤਦਾਨਾਂ ਦਾ ਉਹ ਬਾਈਕਾਟ ਕਰਨਗੇ, ਕੋਈ ਵੀ ਸਿਆਸਤਦਾਨ ਸਾਡੇ ਧਰਨਿਆਂ ਵਿੱਚ ਸ਼ਾਮਿਲ ਨਾ ਹੋਵੇ। ਤਾਂ ਅੱਜ ਇੱਕ ਪਾਸੇ ਕਿਸਾਨ ਨੇ ਤਾਂ ਦੂਜੇ ਪਾਸੇ ਸਿਆਸਤ ਖੇਤੀ ਕਾਨੂੰਨਾਂ ਤੇ ਲਗਾਤਾਰ ਪੱਖੀ ਹੋਈ ਹੈ। ਆਪਣੇ ਭਾਈਵਾਲਾ ਤੋਂ ਵੱਖ ਹੋਣ ਤੋਂ ਬਾਅਦ, ਐਨਡੀਏ ਦਾ ਸਾਥ ਛੱਡਣ ਤੋਂ ਬਾਅਦ ਅੱਜ ਉਸੇ ਐਨਡੀਏ ਦੇ ਖਿਲਾਫ ਅਕਾਲੀ ਦਲ ਦੇ ਵੱਲੋਂ ਮੋਰਚਾ ਖੋਲ੍ਹਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਦਿੱਲੀ ਵੀ ਦੂਰ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਤਾਂ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਕਾਫਿਲਾ ਅੰਮ੍ਰਿਤਸਰ ਤੋਂ ਰਵਾਨਾ ਹੋ ਰਿਹਾ ਹੈ, ਲਗਾਤਾਰ ਜਲੰਧਰ ਵਾਲੇ ਪਾਸੇ ਵੱਧ ਰਿਹਾ ਹੈ। ਤਾਂ ਤਲਵੰਡੀ ਸਾਬੋ ਤੋਂ ਮੌੜ ਮੰਡੀ ਹੁੰਦਾ ਹੋਇਆ ਰਾਮਪੁਰਾ ਤੋਂ ਹੋ ਕੇ ਹੁਣ ਅੱਗੇ ਜੋ ਹੈ ਜ਼ੀਰਕਪੁਰ ਵਾਲੇ ਪਾਸੇ ਆਵੇਗਾ ਹਰਸਿਮਰਤ ਕੌਰ ਬਾਦਲ ਦਾ ਕਾਫਿਲਾ। ਤਾਂ ਉਧਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਯਾਨੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਡਾਕਟਰ ਦਿਲਜੀਤ ਚੀਮਾ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਅਗਵਾਈ ਦੇ ਵਿੱਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਆਵਾਜ਼ ਦਿੱਲੀ ਤੱਕ ਪਹੁੰਚਾਣੀ ਹੈ, ਇਹ ਸਾਡਾ ਮਕਸਦ ਹੈ ਕਿ ਕਾਨੂੰਨ ਤੁਰੰਤ ਵਾਪਸ ਲੈ ਜਾਣ, ਮੁੜ ਵਿਚਾਰ ਇਹਨਾਂ ਤੇ ਕੀਤਾ ਜਾਵੇ। ਕੇਂਦਰ ਦੇ ਨਾਲ ਅਕਾਲੀ ਦਲ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਹੀ ਕੇਂਦਰ ਦੇ ਵੱਲੋਂ ਇਹ ਕਾਨੂੰਨ ਲਿਆਂਦੇ ਗਏ ਨੇ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਖਾਸ ਤੌਰ ਦੀ ਇੱਕ ਜੋ ਸਵਾਰੀ ਤਿਆਰ ਕੀਤੀ ਗਈ ਹੈ, ਸੁਖਬੀਰ ਬਾਦਲ ਉਸ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਨੇ, ਨਾਲ ਵਿਕਰਮ ਮਜੀਠੀਆ ਨੇ, ਗੁਲਜ਼ਾਰ ਸਿੰਘ ਰਣੀਕੇ ਤੇ ਹੋਰ ਜੋ ਮਾਝੇ ਦੀ ਲੀਡਰਸ਼ਿਪ ਹੈ ਉਹ ਨਜ਼ਰ ਆ ਰਹੀ ਹੈ। ਤਾਂ ਰਸਤੇ ਦੇ ਵਿੱਚ ਜਿੰਨੇ ਵੀ ਅਕਾਲੀ ਦਲ ਦੇ ਲੀਡਰ ਵਰਕਰ ਹੋਰ ਜੁੜ ਰਹੇ ਨੇ, ਉਹਨਾਂ ਦਾ ਸਵਾਗਤ ਕਰ ਰਹੇ ਨੇ ਸੁਖਬੀਰ ਬਾਦਲ। ਤੇ ਪਿੱਛੇ ਗੱਡੀਆਂ ਦਾ ਵੱਡਾ ਕਾਫਿਲਾ, ਹਾਲਾਂਕਿ ਟ੍ਰੈਫਿਕ ਵੀ ਜ਼ਰੂਰ ਜਾਮ ਹੋਇਆ ਹੈ ਕਿਉਂਕਿ ਵੱਡਾ ਕਾਫਿਲਾ ਗੱਡੀਆਂ ਦਾ ਹੈ ਤੇ ਲੋਕਾਂ ਨੂੰ ਵੀ ਪਰੇਸ਼ਾਨੀ ਜ਼ਰੂਰ ਆ ਰਹੀ ਹੈ, ਜਿਹੜੇ ਲੋਕ ਜਲੰਧਰ ਵਾਲੇ ਪਾਸੇ ਆ ਰਹੇ ਨੇ ਜਾਂ ਚੰਡੀਗੜ੍ਹ ਵਾਲੇ ਪਾਸੇ ਆ ਰਹੇ ਨੇ। ਅੰਮ੍ਰਿਤਸਰ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਤਾਂ ਨਿਊਜ਼ 18 ਤੇ ਲਗਾਤਾਰ ਪਲ-ਪਲ ਦੀ ਕਵਰੇਜ ਦੀ ਅਪਡੇਟ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਇਸ ਮਹਾਂ ਸ਼ਕਤੀ ਪ੍ਰਦਰਸ਼ਨ ਦੀ। ਤਾਂ ਚੰਡੀਗੜ੍ਹ ਪਹੁੰਚੇਗਾ ਅਕਾਲੀ ਦਲ ਦਾ ਇਹ ਰੋਸ ਮਾਰਚ, ਦੋ ਪਾਸਿਓਂ ਚੰਡੀਗੜ੍ਹ ਨੂੰ ਘੇਰਾ ਪਾਇਆ ਜਾਵੇਗਾ ਅਕਾਲੀ ਦਲ ਦੇ ਵੱਲੋਂ। ਖੇਤੀ ਕਾਨੂੰਨਾਂ ਦੇ ਖਿਲਾਫ ਅਕਾਲੀ ਦਲ ਦਾ ਪ੍ਰਦਰਸ਼ਨ ਹੈ, ਪ੍ਰਦਰਸ਼ਨ ਆਪਣੇ ਭਾਈਵਾਲਾਂ ਦੇ ਖਿਲਾਫ ਹੈ, ਪ੍ਰਦਰਸ਼ਨ ਉਸ ਬੀਜੇਪੀ ਦੇ ਖਿਲਾਫ ਹੈ ਜਿਸ ਬੀਜੇਪੀ ਦੇ ਨਾਲ ਅਕਾਲੀ ਦਲ ਦਾ 9 ਮਾਸ ਦਾ ਰਿਸ਼ਤਾ ਸੀ। ਪ੍ਰਦਰਸ਼ਨ ਉਸ ਕੇਂਦਰ ਸਰਕਾਰ ਦੇ ਖਿਲਾਫ ਹੈ ਜਿਸ ਕੇਂਦਰ ਦੀ ਵਜ਼ਾਰਤ ਦੇ ਵਿੱਚ ਹਰਸਿਮਰਤ ਕੌਰ ਬਾਦਲ ਮੰਤਰੀ ਸੀ। ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਲਗਾਤਾਰ ਵੱਧਦੀ ਜਾ ਰਹੀ ਹੈ। ਇੱਕ ਪਾਸੇ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਕਾਫਿਲਾ ਦੇਖ ਰਹੇ ਹੋ ਤਾਂ ਦੂਜੇ ਪਾਸੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਡਾਕਟਰ ਦਿਲਜੀਤ ਚੀਮਾ ਦੀ ਅਗਵਾਈ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਇਹ ਪ੍ਰਦਰਸ਼ਨ, ਇਹ ਰੋਸ ਮਾਰਚ ਸ਼ੁਰੂ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਝੰਡੇ ਲੱਗੇ ਹੋਏ ਨੇ, ਟਰੈਕਟਰ ਮਾਰਚ ਕੱਢਿਆ ਜਾ ਰਿਹਾ ਇਥੋਂ। ਤੇ ਸਿੱਧਾ ਰੁਕ ਕਰਦੇ ਹਾਂ ਆਨੰਦਪੁਰ ਸਾਹਿਬ ਤੋਂ ਰੋਹਿਤ ਬੰਸਲ ਮੇਰੇ ਸਹਿਯੋਗੀ ਜੁੜੇ ਹੋਏ ਨੇ। ਤਾਂ ਰੋਹਿਤ, ਸ਼ੁਰੂ ਹੋਣ ਜਾ ਰਿਹਾ ਹੈ ਹੁਣ ਤੀਜੇ ਤਖਤ ਸਾਹਿਬਾਨ ਤੋਂ ਵੀ ਅਕਾਲੀ ਦਲ ਦਾ ਇਹ ਰੋਸ ਮਾਰਚ। ਫਿਲਹਾਲ ਕੀ ਕੋਈ ਜਾਣਕਾਰੀ ਹੈ, ਕਦੋਂ ਤੱਕ ਚੰਡੀਗੜ੍ਹ ਪਹੁੰਚਣ ਦੀ ਸੰਭਾਵਨਾ?
ਜੀ ਬਿਲਕੁਲ ਅਮਰਤ, ਹਾਲੇ ਤੱਕ ਫਿਲਹਾਲ ਕੁਝ ਦੇਰ ਤੱਕ ਇੱਥੋਂ ਇਹ ਮਾਰਚ ਸ਼ੁਰੂ ਕੀਤਾ ਜਾਵੇਗਾ, ਪਰ ਔਪਚਾਰਿਕ ਤੌਰ ਤੇ ਟਰੈਕਟਰਾਂ ਨੂੰ ਲਿਆ ਕੇ ਇੱਥੇ ਖੜਾ ਦਿੱਤਾ ਗਿਆ ਹੈਗਾ। ਦਲਜੀਤ ਸਿੰਘ ਚੀਮਾ ਖੁਦ ਟਰੈਕਟਰ ਚਲਾ ਕੇ ਇੱਥੋਂ ਤੱਕ ਲੈ ਕੇ ਆਏ ਨੇ ਔਰ 11 ਵਜੇ ਦੇ ਕਰੀਬ ਅਕਾਲੀ ਦਲ ਵੱਲੋਂ ਇੱਥੇ ਇੱਕ ਪੀਸੀ ਕੀਤੀ ਜਾਏਗੀ। ਪੀਸੀ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕੀਤਾ ਜਾਏਗਾ, ਜਿਸ ਦੇ ਵਿੱਚ तमाम ਗੱਲਾਂ ਬਾਤਾਂ ਨੂੰ ਕਲੀਅਰ ਕੀਤਾ ਜਾਏਗਾ। ਉਸ ਤੋਂ ਬਾਅਦ 11 ਵਜੇ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਔਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਜੋ ਮਾਰਚ ਹੈ ਉਸ ਨੂੰ ਸ਼ੁਰੂ ਕੀਤਾ ਜਾਏਗਾ। ਤੁਸੀਂ ਜੇ ਦੇਖ ਸਕਦੇ ਹੋ ਇੱਥੇ ਕਿ ਕਾਫੀ ਗਿਣਤੀ ਦੇ ਵਿੱਚ ਔਰਤਾਂ ਵੀ ਇਸ ਮਾਰਚ ਵਿੱਚ ਪਹੁੰਚੀਆਂ ਹੋਈਆਂ ਨੇ। ਮੈਂ ਮਾਤਾ ਜੀ ਨਾਲ ਗੱਲ ਕਰਾਂ। ਮਾਤਾ ਜੀ, ਤੁਸੀਂ ਇੱਥੇ ਪ੍ਰਦਰਸ਼ਨ ਦੇ ਵਿੱਚ ਆਏ ਹੋ, ਮੇਨ ਕਾਰਨ ਕੀ ਹੈ? ਮੇਨ ਕਾਰਨ ਇਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਨ ਕਾਰਨ ਸਾਡਾ ਹੈ ਵੀ ਸਾਡਾ ਕਿਸਾਨਾਂ ਨੂੰ ਹੱਕ ਮਿਲਿਆ ਜਾਵੇ। ਕਿਸਾਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਦੇ ਕੇ ਚੱਲਾਂਗੇ, ਪਰ ਸਾਡੇ ਨਾਲ ਇਹ ਧੱਕਾ ਨਹੀਂ ਕਰਨਾ ਚਾਹੀਦਾ ਮੋਦੀ ਸਰਕਾਰ ਨੂੰ। ਜੇ ਸਾਡੇ ਨਾਲ ਕਰੇਗੀ ਤੇ ਅਸੀਂ ਬਹੁਤ ਦੂਰ ਤੱਕ ਪਹੁੰਚਾਂਗੇ। ਪਤਾ ਹੀ ਹੈ ਵੀ ਅਸੀਂ ਫਿਰ ਹੁਣ ਅਕਾਲੀ ਦਲ ਹਾਂ ਵੀ ਅਕਾਲੀ ਦਲ ਦੇ ਇੰਨਾ ਸਭ ਦੁਨੀਆ ਦਾ ਲੋਕਡਾਊਨ ਦੇ ਵਿੱਚ ਵੀ ਸਾਰਿਆਂ ਦਾ ਪੂਰਾ ਸਾਥ ਦਿੱਤਾ ਹੈ, ਤੇ ਜੇ ਹੁਣ ਇਹ ਕਿਸਾਨਾਂ ਨੂੰ ਇੰਨਾ ਪਰੇਸ਼ਾਨ ਕਰਨਗੇ ਤੇ ਇਹ ਤੇ ਇਹਨਾਂ ਦੀ ਗਲਤੀ ਹੈ ਨਾ। ਚੰਡੀਗੜ੍ਹ ਤੱਕ ਪਹੁੰਚਣ ਲਈ ਤਿਆਰ ਹੋ, ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਬਾਰਡਰਾਂ ਤੇ ਰੋਕ ਦਿੱਤਾ ਜਾਂਦਾ। ਕੋਈ ਨਹੀਂ, ਜੇ ਬਾਰਡਰਾਂ ਤੇ ਰੋਕਣਗੇ ਤਾਂ ਅਸੀਂ ਜਾਵਾਂਗੇ, ਚੰਡੀਗੜ੍ਹ ਤੱਕ ਜਾਵਾਂਗੇ। ਜੇ ਚੰਡੀਗੜ੍ਹ ਮਸਲਾ ਹੱਲ ਨਹੀਂ ਹੋਗਾ ਤਾਂ ਦਿੱਲੀ ਵੀ ਜਾਵਾਂਗੇ। ਆਉਣ ਵਾਲੇ ਸਮੇਂ 'ਚ ਬੀਜੇਪੀ ਦੇ ਆਗੂਆਂ ਦਾ ਘਿਰਾਓ ਕੀਤਾ ਜਾਏਗਾ ਅਕਾਲੀ ਦਲ ਵੱਲੋਂ। ਹਾਂਜੀ, ਸੋ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਵਿੱਚ ਔਰਤਾਂ ਵੀ ਪਹੁੰਚੀਆਂ ਹੋਈਆਂ ਨੇ। ਅਕਸਰ ਦੇਖਿਆ ਜਾਂਦਾ ਹੈ ਕਿ ਇਕੱਠਾਂ ਦੇ ਵਿੱਚ ਹੱਕ ਦੇ ਵਿੱਚ ਮਾਰਚ ਕੱਢੇ ਜਾ ਰਹੇ ਨੇ ਔਰ ਅਕਾਲ ਤਖਤ ਸਾਹਿਬ ਤੋਂ ਜਿਹੜਾ ਮਾਰਚ ਸ਼ੁਰੂ ਹੋਇਆ ਉਸ ਦੀ ਅਗਵਾਈ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ। ਔਰ ਇਸ ਵੇਲੇ ਸੁਖਬੀਰ ਸਿੰਘ ਬਾਦਲ ਮੇਰੇ ਨਾਲ ਨੇ। ਉਹਨਾਂ ਤੋਂ ਸਭ ਤੋਂ ਪਹਿਲਾਂ ਮੈਂ ਇਹ ਜਾਣਨ ਦੀ ਕੋਸ਼ਿਸ਼ ਕਰਦਾ ਕਿ ਤਿੰਨਾਂ ਤਖਤਾਂ ਤੋਂ ਹੀ ਮਾਰਚ ਕਿਉਂ, ਇਹਦੇ ਰਾਹੀਂ ਅਕਾਲੀ ਦਲ ਕੀ ਸੁਨੇਹਾ ਦੇਣਾ ਚਾਹੁੰਦਾ? ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਅਸੀਂ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਕੰਮ ਸ਼ੁਰੂ ਕਰਦੇ ਹਾਂ। ਆ ਇੱਕ ਵੱਡੀ ਜੰਗ ਹੈ, ਸੋ ਤਿੰਨੇ ਤਖਤ ਸਭਾਨ ਤੋਂ ਆਸ਼ੀਰਵਾਦ ਲੈ ਕੇ ਸਾਡੇ ਵਰਕਰ ਕਿਸਾਨ ਸਾਰੇ ਮਾਰਚ ਹਿੱਸਾ ਲੈ ਰਹੇ ਆ। ਤੁਸੀਂ ਦੇਖਿਆ ਹੋਣਾ ਕਿ ਹਜ਼ਾਰਾਂ ਗੱਡੀਆਂ ਦੇ ਵਿੱਚ ਮਾਰਚ ਚੱਲ ਰਿਹਾ ਤੇ ਤਕਰੀਬਨ ਮਤਲਬ ਆਪਾਂ 15-20 ਕਿਲੋਮੀਟਰ ਮਸਾਂ ਆਏ ਹੋਣੇ ਆ ਤੇ 2.5 ਘੰਟੇ ਲੱਗੇ ਆ। ਸੀ ਪੰਜਾਬ ਦੇ ਕਿਸਾਨਾਂ ਦੀ ਆਵਾਜ਼, ਦੇਸ਼ ਦੇ ਕਿਸਾਨਾਂ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਹੈ ਤੇ ਅੱਜ ਦੀ ਮਾਰਚ ਦਾ ਮੈਸੇਜ ਦਿੱਲੀ ਜਾਊਗਾ। ਪਤਾ ਲੱਗੂਗਾ ਕਿਵੇਂ ਪੰਜਾਬ ਦੇ ਕਿਸਾਨ ਇਕਜੁੱਟ ਹੋ ਕੇ ਇਕੱਠੇ ਸੰਘਰਸ਼ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਪਰ ਸੁਖਬੀਰ ਜੀ, ਜਿਹੜੇ ਲੋਕ ਟਰੈਕਟਰ ਸਾੜ ਰਹੇ ਨੇ, ਜਿਹੜੇ ਇਹ ਦਾਅਵਾ ਕਰ ਰਹੇ ਆ ਕਿ ਅਸੀਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਆ, ਉਹ ਕੌਣ ਲੋਕ ਨੇ? ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ? ਸੀ ਮੈਂ ਤੂੰ ਮੈਂ ਚ ਪੈਣਾ ਨਹੀਂ ਚਾਹੁੰਦਾ। ਮੈਂ ਤਾਂ ਆਹੀ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਇਕੱਠੇ ਹੋ ਕੇ ਆਪਾਂ ਸੰਘਰਸ਼ ਕਰੀਏ, ਨਿਸ਼ਾਨਾ ਇੱਕ ਰੱਖੀਏ, ਆਪਾਂ ਇੱਕ ਦੂਜੇ ਉੱਤੇ ਨਾ ਛੱਡੀਏ। ਆਪਣਾ ਨਿਸ਼ਾਨਾ ਹੈ ਕਿ ਮੋਦੀ ਸਰਕਾਰ ਵਾਪਸ ਕਾਨੂੰਨ ਲੈ ਤੇ ਸਾਰੇ ਕਿਸਾਨਾਂ ਦਾ ਹੱਕ ਵਾਪਸ ਦੇ। ਜਿੱਥੇ ਅਕਾਲੀ ਦਲ ਮਾਰਚ ਕਰ ਰਿਹਾ, ਤੁਸੀਂ ਹਮੇਸ਼ਾ ਇਹ ਦਾਅਵਾ ਕਰਦੇ ਹੋ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ, ਕਿਸਾਨ ਹਿਤੈਸ਼ੀ ਹੈ, ਪਰ ਤੁਹਾਨੂੰ ਕਿਸਾਨਾਂ ਦੇ ਕਰਕੇ ਅਲਾਇੰਸ ਤੱਕ ਤੋੜਨਾ ਪੈ ਗਿਆ। ਔਰ ਜਿਹੜਾ ਅਲਾਇੰਸ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ, ਉਹ ਅੱਜ ਕੱਲ ਤਿੱਖੀ ਬਿਆਨਬਾਜ਼ੀ ਤੁਹਾਡੇ ਖਿਲਾਫ ਕਰ ਰਹੇ ਨੇ, ਤੁਸੀਂ ਉਹਨਾਂ ਬਾਰੇ ਕਰ ਰਹੇ ਹੋ। ਅਸੀਂ ਸਾਡੀ ਸਾਰਾ ਕੁਝ ਜ਼ਿੰਦਗੀ ਅਕਾਲੀ ਦਲ ਦੀ ਕਿਸਾਨੀ ਪ੍ਰਤੀ ਹੈ, ਪੰਜਾਬੀਆਂ ਪ੍ਰਤੀ ਹੈ। ਕੋਈ ਗਰੀਬ ਕਿਸਾਨ ਕਿਸੇ ਦੀ ਲੜਾਈ ਹੋਏ ਸ਼੍ਰੋਮਣੀ ਅਕਾਲੀ ਦਲ ਲੜਦਾ। ਪਰ ਅੱਜ ਜਿੱਥੇ ਤੁਹਾਡੇ ਵੱਲੋਂ ਮਾਰਚ ਕੱਢੇ ਜਾ ਰਹੇ ਨੇ, ਉੱਥੇ ਹੀ ਕਿਸਾਨਾਂ ਵੱਲੋਂ, ਜਥੇਬੰਦੀਆਂ ਵੱਲੋਂ ਅੱਜ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਹੈ। ਉਹ ਕਿਹੜੇ ਕਿਸਾਨ ਨੇ ਔਰ ਜਿਹੜੇ ਤੁਹਾਡੇ ਨਾਲ ਨੇ ਉਹ ਕਿਹੜੇ ਕਿਸਾਨ ਨੇ? ਅਸੀਂ ਸਾਰੇ ਆਪਾਂ ਕਿਸਾਨ ਹੈ, ਰੇਲ ਰੋਕੋ ਵਾਲੇ ਵੀ ਕਿਸਾਨ ਹੈ, ਅਸੀਂ ਵੀ ਕਿਸਾਨ ਹੈ। ਮੈਂ ਵੀ ਬੇਨਤੀ ਕਰਦਾ ਆਪਾਂ ਸਾਰੇ ਇਕੱਠੇ ਹੋ ਕੇ ਲੜਾਈ ਲੜੀਏ। ਤੁਸੀਂ ਜਿਹੜਾ ਅੱਜ ਨਾਰਾ ਦਿੱਤਾ ਕਿ ਇੱਕੋ ਨਾਰਾ ਕਿਸਾਨ ਪਿਆਰਾ, ਤਾਂ ਬੀਜੇਪੀ ਜਿਹੜੇ ਤੁਹਾਡੇ ਭਾਈਵਾਲ ਰਹੇ ਨੇ ਉਹਨਾਂ ਦਾ ਕਹਿਣਾ ਕਿ ਜੇਕਰ ਕਿਸਾਨ ਇੰਨਾ ਹੀ ਪਿਆਰਾ ਸੀ ਤਾਂ ਜਦੋਂ ਆਰਡੀਨੈਂਸ ਲਿਆਂਦੇ ਗਏ ਉਦੋਂ ਅਸਤੀਫਾ ਕਿਉਂ ਨਹੀਂ ਦਿੱਤਾ? ਉਦੋਂ ਅਸੀਂ ਉੱਥੇ ਲਿਖਤ ਵਿਰੋਧ ਕੀਤਾ। ਉਦੋਂ ਸਾਨੂੰ ਕਿਹਾ ਗਿਆ ਸੀ ਕਿ ਜੋ ਤੁਸੀਂ ਕਹੋਗੇ ਅਸੀਂ ਜੋ ਐਕਟ ਆਊਗਾ ਪਾਇਆ ਜਾਊਗਾ। ਸਾਡੀ ਸੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਗੱਲ ਨਹੀਂ ਸੁਣੀ। ਜਦੋਂ ਨਹੀਂ ਸੁਣੀ ਤੇ ਫਿਰ ਅਸੀਂ ਅਸਤੀਫਾ ਦੇ ਦਿੱਤਾ। ਅੱਜ ਜਿਸ ਤਰ੍ਹਾਂ ਮਾਰਚ ਦੇ ਵਿੱਚ ਅਸੀਂ ਦੇਖ ਰਹੇ ਸਵੇਰ ਤੋਂ ਕਿ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ, ਜਿਸ ਤਰ੍ਹਾਂ ਅੱਗੇ ਵਧ ਰਿਹਾ ਕਾਫਲਾ, ਤਾਂ ਇਹ ਕਾਫਲਾ ਬਹੁਤ ਵੱਡਾ ਹੁੰਦਾ ਜਾ ਰਿਹਾ ਕਿ ਇਹ ਜਿਹੜਾ ਅੰਦੋਲਨ ਹੈ ਜਾਂ ਜਿਹੜਾ ਹੱਕ ਦੀ ਆਵਾਜ਼ ਹੈ ਅੱਜ ਤੱਕ ਹੀ ਸੀਮਿਤ ਰਹੇਗੀ ਜਾਂ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਕੋਈ ਹੋਰ ਪ੍ਰੋਗਰਾਮ ਲਈ ਅੱਗੇ ਮੀਟਿੰਗ ਕਰਕੇ ਅਸੀਂ ਚਾਹਾਂਗੇ ਕਿ ਸਾਰੇ ਗਰੁੱਪ, ਸਾਰੇ ਜਥੇਬੰਦੀ ਇਕੱਠੇ ਹੋ ਕੇ ਬੈਨ ਕਰਨ। ਅਸੀਂ ਸਾਡੀ ਵੀ ਕੋਸ਼ਿਸ਼ ਹੋਊਗੀ ਸਾਰੇ ਇਕੱਠੇ ਕਰੀਏ। ਆਖਰੀ ਸਵਾਲ, ਰਾਹੁਲ ਗਾਂਧੀ ਵੀ ਪੰਜਾਬ ਆ ਰਹੇ ਨੇ, ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਜਾ ਰਹੇ ਨੇ। ਉਹਨੂੰ ਰਾਹੁਲ ਗਾਂਧੀ ਨੇ ਤਾਂ ਆਪਣੇ ਚੋਣ ਪੱਤਰ 'ਚ ਕਿਹਾ ਸੀ ਕਿ ਮੰਡੀਆਂ ਬੰਦ ਕਰਾਂਗੇ।
ਤਾਂ ਇਹ ਨੇ ਸੁਖਬੀਰ ਸਿੰਘ ਬਾਦਲ ਇਹਨਾਂ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹੀ ਗਈ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਔਰ ਕਿਸਾਨ ਹਿਤੈਸ਼ੀ ਪਾਰਟੀ ਹੈ। ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਇਹ ਗੱਲ ਕਹਿ ਰਹੀਆਂ ਨੇ ਕਿ ਅਕਾਲੀ ਦਲ ਕਿਸਾਨਾਂ ਦੇ ਨਾਲ ਨਹੀਂ ਹੈ ਤਾਂ ਉਹਨਾਂ ਨੂੰ ਇੱਕ ਮੈਸੇਜ ਦੇਣ ਦੇ ਲਈ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਅੱਜ ਉਹਨਾਂ ਦੇ ਇਸ ਮਾਰਚ ਦੇ ਵਿੱਚ ਜਿੰਨੇ ਵੀ ਲੋਕ ਨਜ਼ਰ ਆ ਰਹੇ ਨੇ ਉਹ ਸਾਰੇ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਔਰ ਕਿਸਾਨੀ ਦੇ ਲਈ ਅਕਾਲੀ ਦਲ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਿਹਾ ਔਰ ਕਰਦਾ ਰਹੇਗਾ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਅਸੀਂ ਪਾਰਟੀ ਦੀ ਮੀਟਿੰਗ ਕਰਕੇ ਹੋਰ ਵੀ ਜਿਹੜੇ ਪ੍ਰੋਗਰਾਮ ਨੇ ਉਹ ਕਿਸਾਨਾਂ ਦੇ ਹੱਕਾਂ ਦੇ ਵਿੱਚ ਉਲੀਕ ਸਕਦੇ ਹਾਂ। ਕੈਮਰਾਮੈਨ ਮਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ। ਅਸੀਂ ਖੜੇ ਹਾਂ ਤੇ ਅੱਜ ਜਿਹੜੇ ਉਹਨਾਂ ਦੇ ਨਾਲ ਚੱਲ ਰਹੇ ਨੇ ਉਹ ਵੀ ਕਿਸਾਨ ਹੀ ਨੇ। ਤਾਂ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਲੜਾਈ ਲਗਾਤਾਰ ਜਾਰੀ ਰਹੇਗੀ। ਜਦੋਂ ਸਵਾਲ ਆਉਂਦਾ ਹੈ ਕਿ ਅਸਤੀਫਾ ਪਹਿਲਾਂ ਕਿਉਂ ਨਹੀਂ ਦਿੱਤਾ ਗਿਆ ਹਰਸਿਮਰਤ ਕੌਰ ਬਾਦਲ ਦੇ ਵੱਲੋਂ, ਤਾਂ ਸੁਖਬੀਰ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਲਿਖਤੀ ਰੂਪ ਦੇ ਵਿੱਚ ਵੀ ਵਿਰੋਧ ਕੀਤਾ ਸੀ, ਸ਼ੁਰੂ ਤੋਂ ਇਸ ਦਾ ਵਿਰੋਧ ਕਰ ਰਹੇ ਹਾਂ ਤਾਂ ਇਸੇ ਤਰ੍ਹਾਂ ਇਹ ਵਿਰੋਧ ਜਾਰੀ ਵੀ ਰਹੇਗਾ। ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਇਹ ਮਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਕਾਲੀ ਦਲ ਦੇ ਵੱਲੋਂ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮਾਝੇ ਦੀ ਧਰਤੀ ਤੋਂ ਇਹ ਰੋਸ ਮਾਰਚ ਸ਼ੁਰੂ ਹੋਇਆ ਹੈ ਜਿਹੜਾ ਚੰਡੀਗੜ੍ਹ ਦੇ ਵੱਲ ਕੂਚ ਕਰ ਰਿਹਾ ਹੈ। ਉਧਰ ਤਲਵੰਡੀ ਸਾਬੋ ਤੋਂ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਰੋਸ ਮਾਰਚ ਨਿਕਲ ਰਿਹਾ ਹੈ। ਤਾਂ ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਵੀ ਇਹ ਰੋਸ ਮਾਰਚ ਸ਼ੁਰੂ ਹੋ ਜਾਵੇਗਾ। ਡਾਕਟਰ ਦਲਜੀਤ ਚੀਮਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਦੇ ਵਿੱਚ ਇੱਥੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇੱਕ ਹੁਣ ਤੋਂ ਕੁਝ ਹੀ ਦੇਰ ਦੇ ਵਿੱਚ ਮੀਡੀਆ ਦੇ ਨਾਲ ਵੀ ਸੰਬੋਧਨ ਹੋਣਗੇ ਅਕਾਲੀ ਦਲ ਦੇ ਲੀਡਰ ਤੇ ਉਸ ਤੋਂ ਬਾਅਦ ਚੰਡੀਗੜ੍ਹ ਵੱਲ ਕੂਚ ਕਰਨਗੇ। ਸੜਕਾਂ ਤੇ ਆ ਜਾਏ ਫਿਰ ਕੋਈ ਐਸੀ ਤਾਕਤ ਨਹੀਂ ਕਿ ਉਸ ਨੂੰ ਤੋੜ ਦੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਤਕੜੇ ਹੋ ਕੇ ਆਪਾਂ ਚੰਡੀਗੜ੍ਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਹੇਠ ਜਾਣਾ ਹੈ। ਬੋਲੇ ਸੋ ਨਿਹਾਲ। ਮੈਂ ਫੜਿਆ ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਇੱਕ ਪਾਸੇ ਮਹਾ ਪ੍ਰਦਰਸ਼ਨ ਜਾਰੀ ਹੈ ਤਾਂ ਦੂਜੇ ਪਾਸੇ ਅੱਜ ਅਕਾਲੀ ਦਲ ਦੇ ਵੱਲੋਂ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਐਨਡੀਏ ਤੋਂ ਵੱਖ ਹੋਣ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਅੱਜ ਵੱਡੇ ਪੱਧਰ ਤੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਉਹ ਖੜੇ ਨੇ ਤੇ ਕਿਸਾਨਾਂ ਦੇ ਕਰਕੇ ਹੀ ਇਹ ਗੱਠਜੋੜ ਤੋੜਿਆ ਹੈ। ਕਿਸਾਨੀ ਦੇ ਲਈ ਲੜਾਈ ਜਿੱਥੇ ਤੱਕ ਲੜਨੀ ਪਈ ਉਹ ਲੜਾਂਗੇ। ਤਾਂ ਅੱਜ ਦੋ ਪਾਸਿਓਂ ਚੰਡੀਗੜ੍ਹ ਨੂੰ ਘੇਰਾ ਪਾਇਆ ਜਾਵੇਗਾ ਅਕਾਲੀ ਦਲ ਦੇ ਵੱਲੋਂ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਤੋਂ ਜਿਹੜੇ ਚੰਡੀਗੜ੍ਹ ਪਹੁੰਚ ਰਹੇ ਨੇ ਉਹ ਪੀਜੀਆਈ ਵਾਲੇ ਪਾਸੇ ਦਾਖਲ ਹੋਣਗੇ ਤੇ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਦਾ ਕਾਫਿਲਾ ਜੋ ਤਲਵੰਡੀ ਸਾਹਿਬ ਤੋਂ ਰਵਾਨਾ ਹੋ ਚੁੱਕਾ ਹੈ ਉਹ ਜ਼ੀਰਕਪੁਰ ਵਾਲੇ ਪਾਸਿਓਂ ਐਂਟਰੀ ਕਰੇਗਾ। ਪਰ ਇਸ ਸਭ ਦੇ ਵਿਚਾਲੇ ਕਿਸਾਨ ਲਗਾਤਾਰ ਗੁੱਸੇ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਕਿ ਸਿਆਸਤਦਾਨ ਇਸ ਮਸਲੇ ਤੇ ਸਿਆਸੀ ਰੋਟੀਆਂ ਸੇਕਦੇ ਹੋਏ ਨਜ਼ਰ ਆ ਰਹੇ ਨੇ। ਭਾਈਵਾਲ ਜੋ ਰਹਿ ਚੁੱਕੇ ਨੇ ਬੀਜੇਪੀ ਉਹਨਾਂ ਦੇ ਵੱਲੋਂ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਗਿਆ ਕਿ ਤਖਤ ਸਾਹਿਬਾਨਾਂ ਦੀ ਧਰਤੀ ਨੂੰ ਚੁਣ ਕੇ ਅਕਾਲੀ ਦਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਧਰਤੀਆਂ ਨੇ ਜਿਹੜੀਆਂ ਉਹ ਜੰਗਾਂ ਲੜਨ ਦਾ ਜਜ਼ਬਾ ਪੈਦਾ ਕਰਦੀਆਂ ਨੇ, ਤਾਕਤ ਮਿਲਦੀ ਹੈ ਅਜਿਹੇ ਸਥਾਨਾਂ ਤੇ ਆ ਕੇ।